है बानी विच बानी अमृत सारे। गुरबानी कह सेवक जन माने प्रतख गुरु निस्तारे। सो कहो टल गुर से भी है ऐनस सहज सुभाए। दर्शन परसे गुरु के जन्म मरण दुख जाए। सतनाम श्री वाहिगुरु साहिब जी। सोही महला पंजवा। बहती जात कदे दृष्ट ना धारत। मिथ्या मोह बंधै नित पारच। बहती जात कदे दृष्ट ना धारत। मिथ्या मोह बंधै नित पारच। माधवे भज दिन नित रैनी। जन्म पदार्थ जीत हर सरनी रहा। करत विकार दो कर चारत। राम रतन रिद तिल नहीं धारत। परण पोखण संग औद बिहानी। जय जगदीश की गत नहीं जानी। शरण समरथ अगोचर स्वामी। उदर नानक प्रभ अंतर जामी। शरण समरथ अगोचर स्वामी। उदर नानक प्रभ अंतर जामी। वाहिगुरु जी का खालसा वाहिगुरु जी की फतेह। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਨਾ ਪਾਵਤ ਦੇਵ ਸਵੈ ਮੁਨ। ਇੰਦਰ ਮਹਾਂ ਸਿਵ ਜੋਗ ਕਰੀ। ਫੁਨ ਬੇਦ ਬਿਰੰਚ ਵਿਚਾਰ ਰਹਿਓ। ਹਰ ਜਾਪ ਨਾ ਛਾਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ। ਸਭ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜਨ ਮਾਹਿ ਤਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜਨ ਮਾਹਿ ਧਰੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਪਿਆਰੀ ਗੁਰੂ ਸਵਾਰੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਬਹੁਤ ਹੀ ਵੱਡੇ ਭਾਗ ਹਨ ਆਪ ਸਾਰਿਆਂ ਦੇ, ਜਿਨ੍ਹਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਫਿਰ ਟੁੱਟ ਕੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਅੱਜ ਫਿਰ ਕਿਰਪਾ ਕੀਤੀ ਹੈ। ਆਪਣੀ ਪਵਿੱਤਰ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ, ਇਲਾਹੀ ਬਾਣੀ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ ਕੇ ਸਾਨੂੰ ਸਾਰਿਆਂ ਨੂੰ ਸਤਸੰਗ ਦੀਆਂ ਘੜੀਆਂ ਬਖਸ਼ ਕੇ ਨਿਵਾਜੇ ਹੈ।
ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਸ ਸਥਾਨ ਦੇ ਉੱਤੇ ਗੁਰੂ ਦੇ ਪਿਆਰੇ ਪਰਮਾਤਮਾ ਦੇ ਭਗਤ, ਉਹਦੇ ਸੰਤ ਜਨ ਸੇਵਕ ਬੈਠ ਕੇ ਇਲਾਹੀ ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਬਾਣੀ ਗਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਜਗ੍ਹਾ ਬੈਕੁੰਠ ਬਣ ਜਾਂਦੀ ਹੈ, ਜਿੱਥੇ ਉਹਦੀ ਕੀਰਤੀ, ਉਹਦੀ ਸਿਫਤ ਸਲਾਹ ਹੋਵੇ। ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਤਾਹਾਂ ਬੈਕੁੰਠ ਜਹ ਕੀਰਤਨ ਤੇਰਾ। ਹੇ ਵਾਹਿਗੁਰੂ, ਜਿੱਥੇ ਤੇਰੀ ਕੀਰਤੀ, ਜਿੱਥੇ ਤੇਰਾ ਕੀਰਤਨ ਹੋਵੇ, ਤੇਰੀ ਸਿਫਤ ਸਲਾਹ ਹੋਵੇ, ਤੇਰੇ ਗੁਣ ਗਾਏ ਜਾਂਦੇ ਹੋਣ, ਉਹ ਜਗ੍ਹਾ ਬੈਕੁੰਠ ਦਾ ਰੂਪ ਧਾਰਨ ਕਰ ਜਾਂਦੀ ਹੈ। ਤੂੰ ਆਪੇ ਸ਼ਰਧਾ ਲਾਹੇ, ਤੂੰ ਆਪ ਹੀ ਉਸ ਸਥਾਨ ਦੇ ਉੱਤੇ, ਉਸ ਜਗ੍ਹਾ ਦੇ ਉੱਤੇ ਆਪਣੇ ਸੇਵਕਾਂ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਪੈਦਾ ਕਰਦਾ ਹੈ। ਤੇਰੀ ਕਿਰਪਾ ਦੇ ਨਾਲ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਇਸੇ ਲਈ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਹੇ ਦਾਤਾ ਕਿਰਪਾ ਕਰਕੇ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਸਤਸੰਗ ਦੀਆਂ ਘੜੀਆਂ ਇਹ ਮੇਰੀ ਝੋਲੀ ਵਿੱਚ ਪਾ ਦੇ। ਗੁਰਸਿੱਖਾਂ ਦਾ ਮਿਲਾਪ ਮੈਨੂੰ ਬਖਸ਼ ਦੇ। ਗੁਰੂ ਦਾ ਸਿੱਖ ਹਰ ਰੋਜ਼ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਹੇ ਦਾਤਾ ਕਿਰਪਾ ਕਰਨੀ, ਸਹੀ ਪਿਆਰਿਆਂ ਦਾ ਮੇਲ ਕਰਾਣਾ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ। ਜਿਹਨੂੰ ਮਿਲਦਿਆਂ ਸਾਰ ਤੂੰ ਚੇਤੇ ਆ ਜਾਵੇਂ, ਜਿਹਨੂੰ ਮਿਲਦਿਆਂ ਸਾਰ ਤੇਰੇ ਦੀਦਾਰ ਹੋ ਜਾਣ, ਤੇਰੇ ਦਰਸ਼ਨ ਹੋ ਜਾਣ। ਅਸੀਂ ਜਦੋਂ ਵੀ ਕਿਸੇ ਗੁਰਸਿੱਖ ਨੂੰ ਵੇਖਦੇ ਹਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਚੇਤੇ ਆ ਜਾਂਦਾ ਹੈ, ਪ੍ਰਮਾਤਮਾ ਚੇਤੇ ਆਉਂਦਾ ਹੈ। ਜੇ ਕੋਈ ਰਾਮ ਰਾਮ ਕਹਿੰਦਾ, ਰਾਮ ਚੇਤੇ ਆ ਜਾਂਦਾ ਹੈ। ਇਸ ਲਈ ਸਾਡੀ ਅਰਦਾਸ ਇਹੀ ਹੈ, ਗੁਰੂ ਦੇ ਚਰਨਾਂ ਵਿੱਚ ਉਹਨਾਂ ਦਾ ਮਿਲਾਪ ਕਰਾ ਦੇ ਜਿਨ੍ਹਾਂ ਨੂੰ ਮਿਲਦਿਆਂ ਸਾਰ ਤੇਰੀ ਯਾਦ ਹਿਰਦੇ ਵਿੱਚ ਪੈਦਾ ਹੋ ਜਾਵੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਤੇਰੇ ਦਰਸ਼ਨ ਹੋ ਜਾਣ, ਜਿਨ੍ਹਾਂ ਦੇ ਨਾਲ ਬਚਨ ਕੀਤਿਆਂ ਤੇਰੇ ਨਾਲ ਬਚਨ ਹੋ ਜਾਣ। ਭਾਵ ਸਤ ਸੰਗਤ ਸਾਨੂੰ ਬਖਸ਼ ਦੇ। ਸਤ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਦਾ ਵਾਸ, ਸਤ ਸੰਗਤ ਦੇ ਵਿੱਚ ਹੀ ਪ੍ਰਭੂ ਆ ਕੇ ਮਿਲਦੇ ਹਨ। ਸੋ ਸਾਧ ਸੰਗਤ ਜੀ 3 ਦਿਨ ਲਗਾਤਾਰ ਹੋ ਗਏ ਆਪਾਂ ਨੂੰ ਸ਼ਬਦ ਹਜ਼ਾਰਿਆਂ ਦੇ ਇਸ ਪਾਵਨ ਸ਼ਬਦ ਨੂੰ, ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਣ ਵਡਾਈ। ਉਸ ਕਰਤਾ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਨੂੰ ਕਹੇ, ਵਾਹਿਗੁਰੂ ਤੂੰ ਬਹੁਤ ਵੱਡਾ ਹੈ, ਅਸੀਂ ਤੇਰੇ ਗੁਣ ਨਹੀਂ ਗਾ ਸਕਦੇ। ਸਾਡੀ ਮਤ ਥੋੜ੍ਹੀ ਹੈ, ਛੋਟੀ ਬੁੱਧੀ ਹੈ। ਇਸ ਛੋਟੀ ਮਤ ਦੇ ਕਾਰਨ ਅਸੀਂ ਤੇਰੇ ਗੁਣ ਨਹੀਂ ਗਾ ਸਕਦੇ। ਜਿੱਡਾ ਵੱਡਾ ਤੂੰ ਹੈ, ਓਡਾ ਵੱਡਾ ਅਸੀਂ ਤੈਨੂੰ ਬਿਆਨ ਨਹੀਂ ਕਰ ਸਕਦੇ। ਥੋੜ੍ਹਾ ਬਹੁਤਾ ਜਿਹੜਾ ਤੇਰਾ ਜਸ ਕਰਦੇ ਹਾਂ, ਤੇਰੀ ਵਡਿਆਈ ਕਰਦੇ ਹਾਂ, ਉਹ ਵੀ ਤੂੰ ਕਰਵਾਉਣਾ ਹੈ। ਤੇਰੀ ਕਿਰਪਾ ਦੇ ਨਾਲ, ਤੇਰੀ ਬਖਸ਼ਿਸ਼ ਦੇ ਨਾਲ ਜਿੰਨੀ ਕੁ ਤੂੰ ਬੁੱਧੀ ਬਖਸ਼ਦਾ ਹੈ, ਉਸ ਬੁੱਧੀ ਦੇ ਅਨੁਸਾਰ ਪਾਤਸ਼ਾਹ ਅਸੀਂ ਤੇਰੀ ਵਡਿਆਈ ਕਰਦੇ ਹਾਂ। ਨਹੀਂ ਸਾਡੇ ਵਿੱਚ ਕਿੱਥੇ ਸਮਰੱਥਾ ਹੈ ਕਿ ਅਸੀਂ ਤੇਰੀ ਵਡਿਆਈ ਕਰ ਸਕੀਏ। ਅਸੀਂ ਤੇਰਾ ਕੋਈ ਅੰਤ ਨਹੀਂ ਪਾ ਸਕਦੇ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ, ਮੈਂ ਅੰਧਲੇ ਕਿਆ ਚਤੁਰਾਈ। ਮੇਰੇ ਅੰਧੇ ਦੇ ਵਿੱਚ ਅਸੀਂ ਗਿਆਨਤਾ ਤੋਂ ਹੀਣੇ, ਅਗਿਆਨੀ ਅੰਨੇ ਹਾਂ। ਇੱਕ ਤਾਂ ਹੁੰਦੇ ਨਾ ਜਿਨ੍ਹਾਂ ਦੇ ਨੇਤਰ ਨਹੀਂ ਹੁੰਦੇ, ਉਹ ਅੰਨੇ, ਉਹਨਾਂ ਨੂੰ ਗੁਰਮਤ ਨੇ ਅੰਨੇ ਨਹੀਂ ਆਖਿਆ। ਸਤਿਗੁਰੂ ਜੀ ਕਹਿੰਦੇ ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾ ਹੈ। ਜਿਨ੍ਹਾਂ ਦੇ ਮੂੰਹ ਦੇ ਉੱਤੇ ਅੱਖਾਂ ਨਹੀਂ ਨਾ, ਉਹਨਾਂ ਨੂੰ ਅੰਨੇ ਨਾ ਆਖੋ। ਫਿਰ ਅੰਨੇ ਕੌਣ ਨੇ ਜੀ? ਸਤਿਗੁਰੂ ਕਹਿੰਦੇ ਅੰਧੇ ਸਈ ਨਾਨਕਾ ਖਸਮੋਂ ਕੁੱਥੇ ਜਾਹੇ। ਜਿਨ੍ਹਾਂ ਨੇ ਖਸਮ ਨੂੰ ਭੁਲਾ ਦਿੱਤਾ, ਵਾਹਿਗੁਰੂ ਨੂੰ ਵਿਸਾਰ ਦਿੱਤਾ, ਅਸਲ ਵਿੱਚ ਅੰਨੇ ਉਹ ਨੇ ਜਿਹੜੇ ਰੱਬ ਨੂੰ ਭੁੱਲ ਗਏ, ਪਰਮਾਤਮਾ ਨੂੰ ਭੁੱਲ ਗਏ। ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ, ਨਾਸਤਿਕ ਹੋ ਗਏ। ਜਿਹੜੇ ਕਹਿੰਦੇ ਨੇ ਜੇ ਰੱਬ ਹੁੰਦਾ ਤਾਂ ਦਿਸਦਾ, ਦਿਸਦਾ ਕਿਉਂ ਨਹੀਂ, ਦਿਖਦਾ ਕਿਉਂ ਨਹੀਂ, ਉਹ ਤਾਂ ਕਿਤੇ ਹੈ ਹੀ ਨਹੀਂ। ਐਵੇਂ ਬਣਾ ਰੱਖੀਆਂ ਨੇ ਖੇਡਾਂ, ਰੱਬ ਨਹੀਂ ਕਿਤੇ ਹੈ। ਜਿਨ੍ਹਾਂ ਨੇ ਰੱਬ ਨੂੰ, ਪਰਮਾਤਮਾ ਨੂੰ, ਖਸਮ ਨੂੰ ਭੁਲਾ ਦਿੱਤਾ, ਅਸਲ ਵਿੱਚ ਉਹ ਅੰਨੇ ਨੇ। ਉਹਨਾਂ ਦੀਆਂ ਅੱਖਾਂ ਨਹੀਂ, ਉਹ ਦੇਖ ਨਹੀਂ ਸਕਦੇ। ਜਿਨ੍ਹਾਂ ਨੇ ਦੇਖਣਾ ਸੀ, ਜਿਨ੍ਹਾਂ ਨੇ ਪਾਉਣਾ ਸੀ, ਦੇਖੋ ਭਗਤ ਧੰਨੇ ਵਰਗਿਆਂ ਨੇ ਪਾ ਲਿਆ। ਨਹੀਂ ਤਾਂ ਪੱਥਰਾਂ ਦੀ ਪੂਜਾ ਪਹਿਲਾਂ ਪੰਡਤ ਵੀ ਕਰ ਹੀ ਰਹੇ ਸੀ। ਜਿਸ ਪੰਡਤ ਦੇ ਕੋਲੋਂ ਠਾਕੁਰ ਲਿਆ ਉਹ ਵੀ ਕਰਦਾ ਸੀ। ਭਗਤ ਨਾਮਦੇਵ ਜੀ ਦੇ ਪਿਤਾ ਜੀ ਕਿੰਨੇ ਚਿਰ ਤੋਂ ਤਪੱਸਿਆ ਕਰਦੇ ਸਨ, ਕਿੰਨੇ ਚਿਰ ਦੀ ਪੂਜਾ ਕਰਦੇ ਸਨ। ਹਰ ਰੋਜ਼ ਪੂਜਾ ਕਰਦੇ ਨੇ, ਕਦੇ ਪ੍ਰਮਾਤਮਾ ਨੇ ਦੁੱਧ ਨਹੀਂ ਪੀਤਾ ਉਹਨਾਂ ਕੋਲੋਂ ਆ ਕੇ। ਪਿਤਾ ਜੀ ਹਰ ਰੋਜ਼ ਦੁੱਧ ਪਿਲਾਉਂਦੇ ਨੇ, ਠਾਕੁਰਾਂ ਦੀ ਪੂਜਾ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਿਧਾਇਆ। ਆਪਣੇ ਪੁੱਤਰ ਨਾਮਦੇਵ ਨੂੰ ਆਵਾਜ਼ ਮਾਰੀ, ਨਾਮਿਆ ਮੈਂ ਕਿਤੇ ਜ਼ਰੂਰੀ ਕੰਮ ਚੱਲਿਆ, 1-2 ਦਿਨ ਲੱਗਣਗੇ।
ਕੱਲ ਨੂੰ ਇਹ ਕੰਮ ਤੂੰ ਕਰਨਾ ਹੈ, ਜਿਹੜਾ ਮੈਂ ਠਾਕੁਰਾਂ ਨੂੰ ਭੋਗ ਲਵਾਉਣਾ, ਦੁੱਧ ਪਿਲਾਉਣਾ, ਇਹ ਕੱਲ ਨੂੰ ਤੈਂ ਪਿਲਾਉਣਾ ਹੈ। ਮੈਂ ਕਿਤੇ ਬਾਹਰ ਜਾ ਰਿਹਾ, ਜ਼ਰੂਰੀ ਕੰਮ ਹੈ। ਭਾਈ ਗੁਰਦਾਸ ਜੀ ਨੇ ਬਚਨ ਕਰ ਦਿੱਤਾ, ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਿਧਾਇਆ। ਕੀ ਕਹਿ ਕੇ ਭਗਤ ਨਾਮਦੇਵ ਜੀ ਨੂੰ ਸਮਝਾਇਆ? ਕਹਿੰਦੇ ਠਾਕੁਰ ਦੀ ਪੂਜਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ। ਠਾਕੁਰਾਂ ਨੂੰ ਦੁੱਧ ਪਿਲਾਉਣਾ ਹੈ, ਇਹ ਬਾਰ-ਬਾਰ ਸਮਝਾ ਦਿੱਤਾ। ਉਹਦੀ ਪੂਜਾ ਕਰਨੀ ਹੈ, ਠਾਕੁਰਾਂ ਨੂੰ ਦੁੱਧ ਪਿਲਾਉਣਾ ਹੈ, ਬਾਰ-ਬਾਰ ਕਹਿ ਕੇ ਸਮਝਾ ਦਿੱਤਾ ਕਿ ਭੁੱਲ ਨਾ ਜਾਈ। ਭੋਗ ਲਵਾਉਣਾ ਹੈ, ਠਾਕੁਰਾਂ ਨੂੰ ਦੁੱਧ ਪਿਲਾਉਣਾ ਹੈ, ਉਹਨਾਂ ਦੀ ਪੂਜਾ ਕਰਨੀ ਹੈ। ਸੋ ਸਾਧ ਸੰਗ ਜੀ, ਪਿਤਾ ਜੀ ਚਲੇ ਗਏ, ਅੰਮ੍ਰਿਤ ਵੇਲੇ ਉੱਠੇ ਨੇ ਭਗਤ ਨਾਮਦੇਵ ਜੀ। ਠਾਕੁਰ ਨੂੰ ਨਿਵਾਲ ਕੇ ਫਿਰ ਆਪਣੇ ਹੱਥਾਂ ਦੇ ਨਾਲ ਕੱਪ ਲਗਾਏ, ਧੋਏ ਕੇ ਲੈ ਆਇਆ। ਉਹਦੀ ਧਾਰ ਕੱਢ ਕੇ ਦੁੱਧ ਬਰਤਨ ਦੇ ਵਿੱਚ ਪਾ ਕੇ ਲਿਆ ਕੇ ਠਾਕੁਰ ਦੇ ਅੱਗੇ ਰੱਖ ਦਿੱਤਾ। ਹੱਥ ਜੋੜ ਬੇਨਤੀ ਕਰੈ, ਦੁੱਧ ਪੀਓ ਗੋਬਿੰਦੇ ਰਾਇਆ। ਹੇ ਗੋਬਿੰਦ ਰਾਏ, ਹੇ ਪ੍ਰਮਾਤਮਾ, ਦੁੱਧ ਪੀਣਾ ਕਰੋ। ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ। ਪ੍ਰਮਾਤਮਾ ਕਿੱਥੇ ਹੁਣ? ਜੇ ਤਾਂ ਹੋਵੇ ਉੱਥੇ ਫਿਰ ਤਾਂ ਪੀਵੇ। ਪੱਥਰਾਂ ਦੇ ਸਾਹਮਣੇ ਦੁੱਧ ਰੱਖਿਆ ਹੋਇਆ। ਪਿਤਾ ਦਾ ਤਾਂ ਕੰਮ ਸੀ ਕਿ ਉਂਗਲ ਲਵੇੜਦਾ ਦੁੱਧ ਨਾਲ ਠਾਕੁਰ ਦੇ ਮੂੰਹ ਨਾਲ ਲਾ ਦਿੰਦਾ ਸੀ, ਕਹਿ ਦਿੰਦਾ ਸੀ ਭੋਗ ਲੱਗ ਗਿਆ। ਹਰ ਰੋਜ਼ ਇਸੇ ਤਰ੍ਹਾਂ ਦੀ ਕਿਰਿਆ ਹੁੰਦੀ ਸੀ। ਪਰ ਅੱਜ ਭਗਤ ਨਾਮਦੇਵ ਨੇ ਅਨੋਖਾ ਕੌਤਕ ਕੀਤਾ। ਕਟੋਰੀ ਵਿੱਚ ਭਰ ਕੇ ਦੁੱਧ ਠਾਕੁਰ ਦੇ ਸਾਹਮਣੇ ਰੱਖ ਦਿੱਤਾ। ਕਹਿੰਦਾ ਦੁੱਧ ਪੀਓ ਗੋਬਿੰਦੇ ਰਾਇਆ। ਹੇ ਗੋਬਿੰਦ ਰਾਏ, ਹੇ ਪ੍ਰਮਾਤਮਾ, ਹੇ ਠਾਕੁਰ, ਹੇ ਬੀਠਲ, ਕਿਰਪਾ ਕਰਕੇ ਦੁੱਧ ਪੀਓ। ਹੱਥ ਜੋੜ ਕੇ ਮਿੰਨਤਾਂ ਕਰਕੇ ਤਰਲੇ ਲੈਣ ਲੱਗਾ, ਪਰ ਠਾਕੁਰ ਨੇ ਦੁੱਧ ਨਹੀਂ ਪੀਤਾ। ਕਹਿੰਦਾ ਜੇ ਤੂੰ ਦੁੱਧ ਨਾ ਪੀਤਾ, ਮੇਰਾ ਪਿਤਾ ਮੇਰੇ ਨਾਲ ਗੁੱਸੇ ਹੋ ਜਾਏਗਾ। दूध पियो गोबिंदे राय, दूध पियो मेरो मन पति आए, नहीं तो घर को बाप रसाए। नहीं तो मेरा पिता आएगा ना, गुस्से करेगा, मैनू मारेगा, डांटेगा, कहेगा नामदेव तैनू मैं कहा सी ठाकुरां नूं दुध पिलाई, आ देख ठाकुरां ने दुध नहीं पीता, कमज़ोर हो गए, भुखे रहे इन्ने दिन तक, तू ठाकुरां नूं दुध नहीं पिलाया। जे तुसी दुध ना पीता, मेरा पिता मेरे नाल गुस्से हो जाएगा। कैसा भोला भाव है। आ परमात्मा नूं मिलण दी जुगती, भोला भाव। भगत नामदेव जी कहते हे दाता, जे तुसी दुध ना पीता, मैनू मेरे पिता ने मारना है, किरपा करके दुध पी लो। जदों ठाकुर प्रगट ना होए, दुध ना पीता, उन्हें सोचिया शायद जिहड़ी मैं कौली लेके आया ना, जिहदे विच दुध पाया, ये कटोरी जिहड़ी है रब नूं, परमात्मा नूं, ठाकुर नूं चंगी नहीं लगदी। फिर गया अंदरों सोइन कटोरी, सोने वर्गी पित्तल की कटोरी जां कांसी का भांडा बड़ी चंगी तरह मांज के ਉਹਦੇ ਵਿੱਚ दुध भर के ले आया। कहंदा ठाकुर हुण ते पी लै, हुण तां मैं कौली भी बदल दित्ती, हुण तां कटोरी भांडा भी बदल दिता। सोइन कटोरी अमृत भरी, ले ठा नामे हर आगे धरी। नामदेव ने हरि दे अगे, परमात्मा दे अगे रख दित्ती। कहंदे हुण ते पी लै। जदों इस तरह भगत नामदेव तरले लै रहा ना, पर जिद करके बैठ गया कि दुध हुण तैनूं पीने पैना। रोई जांदा, जे ना पीता मेरा प्यो मैनूं मारेगा, तू पी लै दुध। मैनूं नहीं आउंदी तेरी भगती करनी, मैनूं नहीं आउंदी तेरी अर्चा पूजा करनी, किरपा करके दुध पी लै, नहीं तो मेरे प्यो ने मारना है। रो रहा भगत नामदेव, छोटी जी उम्र है, रब दे अगे तरले लै लै के। भगत नामदेव जी का भोला भाव देख के पत्थर की मूर्ति हसन लग पई। वो कहण लगे कदे पत्थरां ने भी दुध पीता है। भगत नामदेव कहते जे पत्थर दुध नहीं पींदे, पत्थर हसदे भी नहीं। एक भगत मेरे हीर है बस है, नामे देख नारायण हसै। नारायण हसन लग पिया नामदेव नूं देख के, भोला भाव देख के। परमात्मा इन्ना प्रसन्न हो गया, खुश होया, नामदेव की भगती दे उत्ते हसन लग पे, उन्होंने देख के प्रसन्न हो गए। रब कहता तो कदे ठाकुर पत्थर भी दुध पींदे ने, वो कहता जे पत्थर दुध नहीं ना पींदे तो पत्थर हसदे भी नहीं। हुण आ ही गया, हुण पी लै दुध। भगत नामदेव जी दे कोलों दुध लैके परमात्मा ने पीता है। पर यह भगती वालियां दी गल है, जीवन वालियां दी गल है। जिहड़े कहंदे ने रब है नहीं, उन्हां वास्ते कुछ भी नहीं, कुछ नहीं है उन्हां वास्ते। वो नास्तिक ने। पता नहीं किमें पानी दे विच रह के मच्छी कहे कि मैं पानी नूं मानदी नहीं, मैं पूजदी नहीं। परमात्मा श्वास दे रहा, पाल रहा सी, फिर कहीं जाने सी नहीं परमात्मा नूं मनदे। धन श्री गुरु नानक देव जी महाराज कहते हे वड्याई मैं तेरा, मैं परमात्मा अंत नहीं पा सकता।
ਆ ਜਿੰਨੀ ਕੁ ਵਡਿਆਈ ਕਰ ਰਿਹਾ ਨਾ, ਇਹ ਤੇਰੀ ਕਿਰਪਾ ਨਾਲ, ਤੇਰੀ ਬਖਸ਼ੀ ਹੋਈ ਬੁੱਧ ਦੇ ਅਨੁਸਾਰ ਕਰ ਰਿਹਾ। ਮੇਰੇ ਵਿੱਚ ਕਿੱਥੇ ਸਮਰੱਥਾ ਹੈ ਕਿ ਮੈਂ ਤੇਰੇ ਜਸ ਗਾ ਸਕਾਂ, ਤੇਰਾ ਗੁਣ ਗਾ ਸਕਾਂ। ਮੇਰੇ ਵਿੱਚ ਇਹੋ ਜਿਹੀ ਕੋਈ ਵਡਿਆਈ ਨਹੀਂ, ਤੂੰ ਹੀ ਕਿਰਪਾ ਕਰਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਦੇ ਨੇ। ਆਓ ਸਾਰੇ ਪਿਆਰ ਨਾਲ ਉਚਾਰਨ ਕਰੋ। ਅਗਲੀਆਂ ਜਿਹੜੀਆਂ ਪੰਕਤੀਆਂ ਨੇ ਸਤਿਗੁਰੂ ਜੀ ਉਹਦੇ ਵਿੱਚ ਕੀ ਉਪਦੇਸ਼ ਬਖਸ਼ਦੇ ਨੇ, ਕਿਉਂਕਿ ਅੱਧੇ ਸ਼ਬਦ ਦੀ ਵਿਚਾਰ ਆਪਾਂ ਕਰ ਲਈ ਹੈ, ਅੱਧਾ ਸ਼ਬਦ ਰਹਿੰਦਾ ਹੈ। ਉਹਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਦੇ ਨੇ, ਕਿਵੇਂ ਪ੍ਰਮਾਤਮਾ ਦੀ ਭਗਤੀ ਬੰਦਗੀ ਕਰਨੀ ਆ, ਉਹਦੇ ਗੁਣ ਗਾਉਣੇ ਨੇ। ਗੁਰਦੇਵ ਪਿਤਾ ਸਾਨੂੰ ਅਰਦਾਸ ਕਰਨ ਦੀ ਜੁਗਤੀ ਦੱਸ ਰਹੇ ਨੇ। ਸਾਰੇ ਪਿਆਰ ਨਾਲ ਸਰਵਣ ਕਰੋ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦੇ ਵਿੱਚ ਚਿੱਤ ਜੋੜਨਾ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ। ਸਤਿਗੁਰੂ ਜੀ ਕਹਿੰਦੇ, ਹੇ ਵਾਹਿਗੁਰੂ, ਤੇਰੇ ਕਿਹੜੇ ਕਿਹੜੇ ਗੁਣ ਮੈਂ ਗਾਵਾਂ। ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੈਨੂੰ ਕੁਝ ਨਹੀਂ ਆਉਂਦਾ, ਤੇਰੀ ਬੰਦਗੀ ਨਹੀਂ ਆਉਂਦੀ, ਤੇਰੇ ਗੁਣ ਨਹੀਂ ਗਾਉਣੇ ਆਉਂਦੇ। ਪਰ ਜਿੰਨੀ ਕੁ ਤੂੰ ਸਿਫਤ ਸਲਾਹ ਕਰਾਉਣਾ, ਤੇਰੀ ਕਿਰਪਾ ਦੇ ਨਾਲ ਜਿੰਨੀ ਕੁ ਤੂੰ ਬੁੱਧ ਬਖਸ਼ੀ ਹੈ, ਉਹਦੇ ਅਨੁਸਾਰ ਕਰ ਰਿਹਾ। ਪਰ ਮੈਂ ਤੇਰੀ ਬੰਦਗੀ ਥੋੜ੍ਹੀ ਬਹੁਤੀ ਜਿਹੜੀ ਕੀਤੀ ਹੈ, ਉਹ ਕਰਕੇ ਮੈਨੂੰ ਇੱਕੋ ਹੀ ਗਿਆਨ ਮਿਲਿਆ ਹੈ ਕਿ ਹੇ ਦਾਤਾ, ਮੈਂ ਮੂਰਖ ਤੇਰੇ ਗੁਣ ਨਹੀਂ ਗਾ ਸਕਦਾ। ਤੇਰੇ ਇੰਨੇ ਗੁਣ ਨੇ, ਮੈਂ ਮੂਰਖ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਮੈਂ ਅਕਥ ਨਾ ਕਥ ਨਾ ਜਾਈ, ਤੂੰ ਅਕਥ ਹੈ, ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਮੇਰੇ ਕੋਲੋਂ ਤੇਰੇ ਜਿਹੜੇ ਗੁਣ ਨਾ ਉਹ ਗਾਏ ਨਹੀਂ ਜਾ ਸਕਦੇ। ਛੋਟੀ ਜੀ ਬੁੱਧ ਦੇ ਅਨੁਸਾਰ, ਥੋੜੀ ਜੀ ਮੱਤ ਦੇ ਅਨੁਸਾਰ ਤੇਰੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ। ਆ ਜਿੰਨਾ ਕੁ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ, ਸਿਮਰਨ ਕਰਦਾ, ਇਹ ਤੇਰੀ ਬਖਸ਼ੀ ਹੋਈ ਬੁੱਧ ਦੇ ਅਨੁਸਾਰ ਕੇਵਲ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਉਣ ਦੇ ਲਈ ਕਰ ਰਿਹਾ। ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਬਖਸ਼ਦੇ ਹਨ। ਜੋ ਤੁਧ ਭਾਵੈ ਸੋਈ ਆਖਾਂ। ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਹੈ, ਜੋ ਤੂੰ ਬੁਲਾਉਣਾ ਹੈ, ਮੈਂ ਉਹੀ ਬੋਲਦਾ। ਮੇਰੇ ਵਿੱਚ ਕਿੱਥੇ ਸਮਰੱਥਾ ਹੈ ਕਿ ਮੈਂ ਤੇਰੀ ਸਿਫਤ ਕਰ ਸਕਾਂ, ਮੇਰੇ ਵਿੱਚ ਕਿੱਥੇ ਤਾਕਤ ਮੈਂ ਤੇਰੇ ਗੁਣ ਗਾ ਸਕਾਂ। ਇਹ ਤਾਂ ਤੂੰ ਗਵਾ ਰਿਹਾ, ਜਿੰਨੇ ਕੁ ਗਵਾ ਰਿਹਾ ਹੈ ਓਨੇ ਕੁ ਗੁਣ ਮੈਂ ਗਾਉਂਦਾ ਹਾਂ। ਦਿਲ ਤੇਰੀ ਵਡਿਆਈ, ਇਹ ਮੈਂ ਜਿਹੜਾ ਤੇਰਾ ਗੁਣ, ਤੇਰੀ ਵਡਿਆਈ ਕਰ ਰਿਹਾ, ਕਿ ਤਿਲ ਮਾਤਰ ਵੀ ਨਹੀਂ। ਤੂੰ ਤੇ ਬਹੁਤ ਵੱਡਾ ਹੈ, ਮੈਂ ਤੇ ਤੈਨੂੰ ਕੁਝ ਵੀ ਨਹੀਂ ਕਹਿ ਸਕਦਾ। ਤੇਰਾ ਕੋਈ ਅੰਤ ਪਾ ਸਕਦਾ, ਤੇਰੇ ਗੁਣਾਂ ਦਾ ਕੋਈ ਅੰਤ ਪਾ ਸਕਦਾ, ਕੋਈ ਦੱਸ ਸਕਦਾ ਤੂੰ ਕਿੰਨਾ ਕੁ ਵੱਡਾ ਹੈ। ਇਹ ਤਾਂ ਤਿਲ ਮਾਤਰ ਜਿਹੜੇ ਤੇਰੇ ਮੈਂ ਗੁਣ ਗਾਉਣੇ ਕਰ ਰਿਹਾ, ਉਹ ਵੀ ਤੂੰ ਬੁੱਧੀ ਬਖਸ਼ਦਾ ਹੈ। ਤੇਰੀ ਕਿਰਪਾ ਦੇ ਨਾਲ ਮੈਂ ਇੰਨੇ ਕੁ ਗੁਣ ਗਾਉਂਦਾ ਹਾਂ। ਇਤੇ ਕੁਕਰ ਹੋ ਬੇਗਾਨਾ। ਸਤਿਗੁਰੂ ਜੀ ਕਹਿੰਦੇ, ਆ ਜਿਹੜਾ ਥੋੜਾ ਬਹੁਤਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਨਾ, ਸਿਮਰਨ ਕਰਦਾ, ਤੇਰਾ ਨਾਮ ਜਪਦਾ, ਇਹ ਵੀ ਮੈਂ ਆਪਣੇ ਆਪ ਨੂੰ ਬਚਾਉਣ ਦੇ ਲਈ, ਆਪਣੇ ਸਰੀਰ ਦੀ ਰੱਖਿਆ ਵਾਸਤੇ ਕਰ ਰਿਹਾ। ਹੁਣ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਜੀ, ਕਿਹਦੇ ਕੋਲੋਂ ਬਚਾਉਣ ਦੇ ਲਈ ਕਰ ਰਹੇ ਹੋ? ਹੁਣ ਇੱਕ ਉਦਾਹਰਨਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਿੰਦੇ ਨੇ ਕਿ ਇੱਕ ਗਲੀ ਦੇ ਵਿੱਚ, ਇੱਕ ਮਹੱਲੇ ਦੇ ਵਿੱਚ ਬਹੁਤ ਸਾਰੇ ਕੁੱਤੇ ਨੇ। ਉਹ ਕੁੱਤੇ ਇਕੱਠੇ ਹੋ ਕੇ ਬੈਠੇ ਨੇ। ਕਿਤੇ ਅਚਾਨਕ ਉਸ ਮਹੱਲੇ ਦੇ ਵਿੱਚ ਕੋਈ ਓਪਰਾ ਕੁੱਤਾ ਆ ਜਾਏ, ਉਹ ਸਾਰੇ ਕੁੱਤੇ ਜਿਹੜੇ ਨੇ ਉਸ ਓਪਰੇ ਕੁੱਤੇ ਦੇ ਪਿੱਛੇ ਪੈ ਜਾਂਦੇ ਨੇ। ਉਹ ਵਿਚਾਰਾ ਬੜਾ ਭੌਂਕਦਾ, ਫਿਰ ਉਹਨਾਂ ਤੋਂ ਡਰਦਾ, ਜਿਹੜਾ ਨਾ ਉਹਨਾਂ ਨਾਲ ਲੜ ਤੇ ਨਹੀਂ ਸਕਦਾ, ਯੁੱਧ ਤੇ ਨਹੀਂ ਕਰ ਸਕਦਾ, ਪਰ ਉਹਨਾਂ ਤੋਂ ਬਚਣ ਦੀ ਖਾਤਰ ਰੌਲਾ ਪਾਉਂਦਾ, ਭੌਂਕਦਾ ਕਿ ਕਿਤੇ ਮੇਰੇ ਮਾਲਕ ਨੂੰ ਮੇਰੀ ਆਵਾਜ਼ ਸੁਣ ਜਾਏ। ਮੈਂ ਤੇ ਓਪਰਾ ਹਾਂ, ਮੈਂ ਤੇ ਇਸ ਮਹੱਲੇ ਦਾ ਹੈ ਨਹੀਂ, ਕਿਤੇ ਮੇਰੇ ਮਾਲਕ ਤੱਕ ਮੇਰੀ ਆਵਾਜ਼ ਪਹੁੰਚ ਜਾਵੇ, ਉਹ ਮੈਨੂੰ ਆ ਕੇ ਬਚਾ ਲਏ। ਆਪਣੇ ਆਪ ਨੂੰ, ਆਪਣੇ ਤਨ ਨੂੰ ਬਚਾਉਣ ਵਾਸਤੇ, ਕਿ ਜੇ ਮੈਂ ਨਾ ਭੌਂਕਿਆ, ਜੇ ਮੈਨੂੰ ਨਾ ਕਿਸੇ ਨੇ ਬਚਾਇਆ, ਜੇ ਮੈਨੂੰ ਨਾ ਕਿਸੇ ਨੇ ਹਟਾਇਆ, ਇਹ ਕੁੱਤੇ ਤਾਂ ਮੈਨੂੰ ਪਾੜ ਦੇਣਗੇ। ਮੈਂ ਇਹਨਾਂ ਦੇ ਵਿੱਚ ਬਗਾਨਾ ਅੱਜ ਫਸ ਗਏ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਇਤੇ ਕੂਕਰ ਹਉ ਬੇਗਾਨਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਇੰਨੇ ਕੁੱਤੇ ਇਕੱਠੇ ਹੋਏ ਨੇ, ਔਰ ਉਹਨਾਂ ਦੇ ਵਿੱਚ ਇੱਕ ਪਰਾਇਆ ਕੁੱਤਾ ਮੈਂ ਵੀ ਫਸ ਗਿਆ। ਆਪਣੇ ਆਪ ਨੂੰ ਵੀ ਕੂਕਰ ਸਤਿਗੁਰੂ ਜੀ ਕਹਿ ਰਹੇ ਨੇ। ਇਹਨਾਂ ਇੰਨੇ ਕੁੱਤਿਆਂ ਦੇ ਵਿੱਚ ਇੱਕ ਪਰਾਇਆ ਕੁੱਤਾ ਮੈਂ ਫਸ ਗਿਆ, ਜਿਹੜਾ ਮੈਂ ਰੋਜ਼ ਵਾਹਿਗੁਰੂ ਵਾਹਿਗੁਰੂ ਥੋੜਾ ਬਹੁਤਾ ਜਪਦਾ। ਉਹਨਾਂ ਪਰਾਏ ਕੁੱਤਿਆਂ ਦੇ ਵਿੱਚੋਂ ਬਚਣ ਦੇ ਲਈ, ਕਿ ਉਹ ਮੈਨੂੰ ਪਾੜ ਨਾ ਦੇਣ, ਮੈਨੂੰ ਮਾਰ ਨਾ ਦੇਣ, ਕਿਉਂਕਿ ਲੁੱਟ ਰਹੇ ਨੇ, ਉਹਨਾਂ ਤੋਂ ਬਚਣ ਲਈ ਭੌਂਕ ਰਿਹਾ। ਇਤੇ ਕੂਕਰ ਹਉ ਬੇਗਾਨਾ।
ਉਹ ਬਹੁਤ ਸਾਰੇ ਇੱਕ ਮਹੱਲੇ ਦੇ ਕੁੱਤੇ ਇਕੱਠੇ ਹੋਏ ਨੇ ਔਰ ਉਹਨਾਂ ਦੇ ਵਿੱਚ ਮੈਂ ਇਕੱਲਾ ਫਸ ਗਿਆ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਨਤੀ ਕਰਦੇ ਹਨ, ਭੌਂਕਾਂ ਇਸ ਤਨ ਤਾਈ। ਇਹ ਜਿਹੜਾ ਮੈਂ ਭੌਂਕ ਰਿਹਾ, ਉੱਚੀ ਉੱਚੀ ਬੋਲ ਰਿਹਾ, ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਇਹ ਦਾਤਾ ਉਹਨਾਂ ਦੇ ਕੋਲੋਂ ਬਚਣ ਵਾਸਤੇ, ਇਸ ਤਨ ਨੂੰ ਬਚਾਉਣ ਦੇ ਲਈ ਭੌਂਕ ਰਿਹਾ। ਹੋਰ ਕੋਈ ਤੇਰੀ ਸਿਫਤ ਸਲਾਹ ਨਹੀਂ ਮੈਂ ਕਰ ਰਿਹਾ, ਕਿਉਂਕਿ ਮੇਰੇ ਵਿੱਚ ਤੇ ਸਮਰੱਥਾ ਹੀ ਨਹੀਂ ਮੈਂ ਤੇਰੀ ਸਿਫਤ ਸਲਾਹ ਕਰ ਸਕਾਂ। ਇਹ ਤਾਂ ਮੈਂ ਉਹਨਾਂ ਕੁੱਤਿਆਂ ਤੋਂ ਬਚਣ ਵਾਸਤੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਕੁੱਤਿਆਂ ਤੋਂ ਬਚਣ ਵਾਸਤੇ। ਸਤਿਗੁਰੂ ਜੀ ਨੇ ਬਾਰ-ਬਾਰ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਅੱਗੇ, ਸਾਨੂੰ ਉਪਦੇਸ਼ ਦਿੱਤਾ ਹੈ ਕਿ ਅਰਦਾਸ ਕਰੋ ਗੁਰੂ ਦੇ ਚਰਨਾਂ ਵਿੱਚ, ਪਾਤਸ਼ਾਹ ਦੇ ਚਰਨਾਂ ਵਿੱਚ, ਕੀ ਕਿ ਹੇ ਵਾਹਿਗੁਰੂ ਅਵਰ ਪਾਂਚ ਹਮ ਏਕ ਜਨਾ, ਦੁਸ਼ਮਣ ਪੰਜ ਮੈਂ ਕੱਲਾ, ਅਵਰ ਪਾਂਚ ਹਮ ਏਕ ਜਨਾ, ਕਿਉਂ ਰਾਖੈਂ ਘਰ-ਵਾਰ ਮਨਾ। ਉਹਨਾਂ ਤੋਂ ਮੈਂ ਆਪਣੇ ਘਰ-ਵਾਰ ਨੂੰ ਕਿਵੇਂ ਬਚਾਵਾਂ ਪੰਜਾਂ ਦੇ ਕੋਲੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੈਂ ਕਿਵੇਂ ਆਪਣੇ ਇਸ ਤਨ ਰੂਪੀ ਘਰ ਨੂੰ ਬਚਾਵਾਂ। ਅਵਰ ਪਾਂਚ ਹਮ ਏਕ ਜਨਾ, ਕਿਉਂ ਰਾਖੈ ਘਰ-ਵਾਰ ਮਨਾ, ਮਾਰੈ ਲੁੱਟੈ ਨੀਤ ਨੀਤ। ਉਹ ਰੋਜ਼ ਮੈਨੂੰ ਮਾਰ ਰਹੇ ਨੇ, ਉਹ ਰੋਜ਼ ਮੈਨੂੰ ਲੁੱਟ ਰਹੇ ਨੇ, ਉਹ ਮੇਰਾ ਅੰਮ੍ਰਿਤ ਲੁੱਟ ਰਹੇ ਨੇ, ਉਹ ਮੇਰਾ ਅੰਮ੍ਰਿਤ ਵੇਲਾ ਲੁੱਟ ਰਹੇ ਨੇ। ਸਾਧ ਸੰਗਤ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਿਹੜੇ ਸਾਨੂੰ ਅੰਮ੍ਰਿਤ ਵੇਲੇ ਜਾਗਣ ਨਹੀਂ ਦਿੰਦੇ। ਦਾਤਾ ਇਹ ਲੁੱਟ ਰਹੇ ਨੇ ਸਾਰਾ ਕੁਝ ਮੇਰੇ ਅੰਦਰੋਂ, ਉਹ ਮੈਨੂੰ ਮਾਰ ਰਹੇ ਨੇ ਹਰ ਰੋਜ਼। ਮਾਰੈ ਲੁੱਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਕਿਹਦੇ ਅੱਗੇ ਜਾ ਕੇ ਇਹ ਜਨ ਪੁਕਾਰ ਕਰੇ, ਕਿਹਦੇ ਅੱਗੇ ਬੇਨਤੀ ਕਰੇ। ਸਤਿਗੁਰੂ ਜੀ ਕਹਿੰਦੇ ਬਸ ਇਹਨਾਂ ਕੁੱਤਿਆਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਕਾਮ ਆਦਿਕ ਕੁੱਤਿਆਂ ਤੋਂ ਬਚਣ ਵਾਸਤੇ ਮੈਂ ਪੁਕਾਰ ਕਰ ਰਿਹਾ। ਇਹ ਥੋੜਾ ਬਹੁਤਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦੇ ਆ, ਨਹੀਂ ਤਾਂ ਮੇਰੇ ਵਿੱਚ ਕਿੱਥੇ ਸਮਰੱਥਾ ਤੇਰੇ ਗੁਣ ਗਾ ਸਕਾਂ। ਬਹੁਤ ਸਾਰੇ ਇੱਕ ਮਹੱਲੇ ਦੇ ਕੁੱਤਿਆਂ ਨੇ ਮੈਨੂੰ, ਪਾਸਲੇ ਕੁੱਤੇ ਨੂੰ, ਬਾਹਰਲੇ ਕੁੱਤੇ ਨੂੰ, ਬੇਗਾਨੇ ਕੁੱਤੇ ਨੂੰ ਘੇਰ ਰੱਖਿਆ। ਉਹਨਾਂ ਤੋਂ ਬਚਣ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ, ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਆਪਣੇ ਇਸ ਤਨ ਨੂੰ ਬਚਾਉਣ ਵਾਸਤੇ ਭੌਂਕ ਰਿਹਾ ਹਾਂ, ਤੇਰੇ ਅੱਗੇ ਅਰਜ਼ ਕਰ ਰਿਹਾ। ਹੋਰ ਕੋਈ ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ। ਇਹ ਤਾਂ ਆਪਣੇ ਬਚਾਉਣ ਦੇ ਲਈ ਤੇਰੇ ਚਰਨਾਂ ਵਿੱਚ ਪੁਕਾਰ ਕਰ ਰਿਹਾ ਹਾਂ। ਭਗਤ ਹੀਣ ਨਾਨਕ ਜੇ ਹੋਏਗਾ। ਸਤਿਗੁਰੂ ਜੀ ਕਹਿੰਦੇ ਭਗਤ ਤੋਂ ਹੀਣਾ, ਭਾਵੇਂ ਕੋਈ ਮਨੁੱਖ ਭਗਤੀ ਤੋਂ ਹੀਣਾ ਹੋਵੇ ਨਾ, ਪਰ ਨਾਮ ਤੇ ਭਗਤ ਪੈ ਗਿਆ ਨਾ, ਨਾਮ ਤੇ ਤੇਰਾ ਦਾਸ ਪੈ ਗਿਆ ਨਾ ਮੇਰਾ, ਮੈਂ ਭਗਤੀ ਤੋਂ ਹੀਣਾ ਮੰਨ ਲਿਆ, ਮੈਨੂੰ ਭਗਤੀ ਨਹੀਂ ਕਰਦੀ ਆਉਂਦੀ, ਮੈਂ ਤੇਰਾ ਨਾਮ ਨਹੀਂ ਜਪ ਸਕਦਾ, ਪਰ ਹਾਂ ਤੇ ਤੇਰਾ ਨਾਮ। ਪਾਪੀਆਂ ਮਾੜੇ ਕੰਮ ਕਰਦਾ, ਨਿੰਦਿਆ ਚੁਗਲੀ ਕਰਦਾ, ਪਰ ਲੋਕ ਤੇਰਾ ਦਾਸ ਕਹਿੰਦੇ ਨੇ, ਤੇਰਾ ਸੇਵਕ ਕਹਿੰਦੇ ਨੇ। ਹੇ ਦਾਤਾ, ਤੇਰਾ ਨਾਮ ਮੇਰੇ ਨਾਲ ਜੁੜਿਆ ਹੋਇਆ ਹੈ, ਕਿਰਪਾ ਕਰਕੇ ਤੂੰ ਮੈਨੂੰ ਬਚਾ ਲੈ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਭਗਤੀ ਤੋਂ ਵੀ ਹੀਣਾ ਹੈ ਨਾ, ਜਿਹਦੇ ਵਿੱਚ ਭਗਤੀ ਨਹੀਂ, ਬਸ ਮੂੰਹ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ, ਇਹ ਨਾਮ ਜੁੜ ਗਿਆ ਕਿ ਸਿੱਖ ਹੈ, ਇਹ ਨਾਮ ਜੁੜ ਗਿਆ ਕਿ ਪ੍ਰਮਾਤਮਾ ਦਾ ਭਗਤ ਹੈ। ਪ੍ਰਮਾਤਮਾ ਆਪਣੇ ਨਾਮ ਦੀ ਲਾਜ ਰੱਖਦਾ ਹੈ। ਉਹ ਭਾਵੇਂ ਭਗਤੀ ਤੋਂ ਹੀਣਾ ਹੀ ਕਿਉਂ ਨਾ ਹੋਵੇ, ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਭਗਤੀ ਨਾ ਹੋਵੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਰਸਿੱਖਾਂ ਨੂੰ ਕਹਿ ਰਹੇ ਨੇ, ਸਿੱਖੋ ਅੰਮ੍ਰਿਤਧਾਰੀ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਦਾੜੀ ਕੇਸ ਰੱਖੋ। ਹੁਣ ਕਈ ਤਰਕ ਕਰਨ ਵਾਲੇ ਜਿਹੜੇ ਨੇ ਅੱਜ ਕੱਲ੍ਹ, ਜਿਵੇਂ ਬਹੁਤ ਸਾਰੇ ਤਰਕ ਕਰਨ ਵਾਲੇ ਵੀ ਹੁੰਦੇ ਨੇ, ਤਰਕ ਕਰਨ ਵਾਲੇ ਕਹਿੰਦੇ ਮਹਾਰਾਜ ਕੇਸ ਰੱਖਣ ਨਾਲ ਕੀ ਹੋਏਗਾ, ਜੇ ਅਸੀਂ ਕੇਸ ਰੱਖ ਲਏ ਕੇਸਾਂ ਨਾਲ ਕੀ ਹੋਣਾ, ਇਹਨਾਂ ਨੂੰ ਵਧਾ ਕੇ ਕੀ ਫਾਇਦਾ। ਜੇ ਆਪਾਂ ਗਿਆਨਕ ਤੌਰ ਦੇ ਉੱਤੇ ਤੱਤ ਦੇਖੀਏ, ਬੜੇ ਫਾਇਦੇ ਨੇ ਕੇਸ ਰੱਖਣ ਦੇ, ਬਹੁਤ ਸਾਰਾ ਲਾਭ ਹੈ ਇਹ ਕੇਸਾਂ ਦੇ ਨਾਲ। ਪਰ ਸਤਿਗੁਰੂ ਨੇ ਇੱਕ ਦੁਨਿਆਵੀ ਜੀ ਉਦਾਹਰਣਾ ਦਿੱਤੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਿੱਖੋ ਜੇ ਕਿਤੇ ਮੇਰਾ ਸਿੱਖ ਗਲਤੀ ਦੇ ਨਾਲ, ਪਹਿਲੀ ਗੱਲ ਤੇ ਸਿੱਖ ਨੂੰ ਮੈਂ ਨਰਕਾਂ ਵਿੱਚ ਜਾਣ ਨਹੀਂ ਦਿੰਦਾ, ਜੇ ਕਿਤੇ ਮੇਰਾ ਸਿੱਖ ਨਰਕਾਂ ਦੇ ਖੂਹ ਵਿੱਚ ਡਿੱਗ ਵੀ ਪੈਂਦਾ ਨਾ, ਮੈਂ ਉਹਨੂੰ ਕੇਸਾਂ ਤੋਂ ਫੜ ਕੇ ਖਿੱਚ ਲੈਣਾ, ਪਹਿਚਾਣ ਲੈਣਾ ਕਿ ਆ ਮੇਰਾ ਸਿੱਖ ਹੈ। ਪਹਿਚਾਣ ਹੈ ਕੇਸ। ਜਦੋਂ ਮੈਂ ਪਹਿਚਾਣ ਲੈਣਾ ਕਿ ਆ ਜੂੜਾ ਮੇਰੇ ਸਿੱਖ ਦਾ ਹੈ, ਮੈਂ ਉਹਨੂੰ ਕੇਸਾਂ ਤੋਂ ਫੜ ਕੇ ਖਿੱਚ ਲੈਣਾ, ਨਰਕ ਚੋਂ ਬਾਹਰ ਕੱਢ ਲੈਣਾ। ਤੇ ਇੱਕ ਸਿੱਖ ਬੈਠਾ ਸੀ, ਉਹਨੇ ਦਾੜੀ ਤੇ ਰੱਖੀ ਹੋਈ ਸੀ, ਜੂੜਾ ਨਹੀਂ ਸੀ ਰੱਖਿਆ ਹੋਇਆ, ਕੇਸ ਨਹੀਂ ਸਨ ਰੱਖੇ ਹੋਏ। ਉਹ ਕਹਿੰਦਾ ਮਹਾਰਾਜ ਫਿਰ ਦਾੜੀ ਤੋਂ ਫੜ ਕੇ ਖਿੱਚ ਲਿਓ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਦੇ ਮਜ਼ਾਕ ਦਾ ਬੁਰਾ ਨਹੀਂ ਮਨਾਇਆ। ਸਤਿਗੁਰੂ ਜੀ ਕਹਿੰਦੇ, ਸਿੱਖਾ ਜੇ ਦਾੜੀ ਤੋਂ ਫੜ ਕੇ ਖਿੱਚੂਗਾ ਨਾ, ਥੱਲੇ ਨੂੰ ਜਾਏਗਾ, ਹੋਰ ਡੂੰਘੇ ਕੁੰਭੀ ਨਰਕ 'ਚ ਜਾਏਗਾ।
ਜੇ ਕੇਸਾਂ ਤੋਂ ਫੜ ਕੇ ਖਿੱਚੂੰਗਾ ਫਿਰ ਉੱਪਰ ਨੂੰ ਆ ਜਾਏਗਾ, ਬਾਹਰ ਆ ਜਾਏਗਾ। ਕਿਉਂਕਿ ਸਤਿਗੁਰੂ ਜੀ ਨੇ ਜੇ ਕਿਸੇ ਨੇ ਜਿੱਦਾਂ ਦਾ ਮਜ਼ਾਕ ਵੀ ਕੀਤਾ ਨਾ, ਉਹਨੂੰ ਉਪਦੇਸ਼ ਸਤਿਗੁਰਾਂ ਨੇ ਉਦਾਂ ਦਾ ਦਿੱਤਾ। ਇਹ ਨਹੀਂ ਕਿ ਜੇ ਕਿਸੇ ਬੱਚੇ ਨੇ ਜਾ ਕੇ ਮਜ਼ਾਕ ਕਰ ਦਿੱਤਾ, ਭਗਵਾਨ ਕ੍ਰਿਸ਼ਨ ਨੂੰ ਜਾਦਵਾਂ ਦੇ ਮੁੰਡਿਆਂ ਨੇ ਮਜ਼ਾਕ ਕੀਤਾ ਸੀ ਨਾ, ਮਖੌਲ ਕੀਤਾ। ਇੱਕ ਮੁੰਡੇ ਨੇ ਲੜਕੀਆਂ ਵਾਲੇ ਕੱਪੜੇ ਪਾ ਲਏ, ਪੇਟ ਦੇ ਉੱਤੇ ਬੰਨ੍ਹ ਲਿਆ ਲੋਹੇ ਦਾ ਵਾਟਾ, ਔਰਤਾਂ ਵਾਲੇ ਕੱਪੜੇ ਪਾ ਕੇ ਜਾ ਕੇ ਦੁਰਵਾਸਾ ਰਿਸ਼ੀ ਨੂੰ ਕਹਿੰਦੇ ਨੇ, ਹੇ ਰਿਸ਼ੀ ਜੀ ਆਹ ਦੱਸੋ ਤਾਂ ਭਲਾ ਆ ਬੀਬੀ ਦੇ ਪੇਟ ਦੇ ਵਿੱਚੋਂ, ਇਹਦੀ ਕੁੱਖ ਦੇ ਵਿੱਚੋਂ ਕੌਣ ਪੈਦਾ ਹੋਏਗਾ। ਮਜ਼ਾਕ ਕਰ ਰਹੇ ਨੇ ਰਿਸ਼ੀ ਨੂੰ। ਉਹਨੇ ਇੱਕ ਵਾਰ ਕਿਹਾ ਕਿ ਜਾਓ, ਚਲੇ ਜਾਓ, ਤੁਸੀਂ ਕੀ ਲੈਣਾ ਇਹਨਾਂ ਗੱਲਾਂ ਤੋਂ। ਰਿਸ਼ੀ ਸਮਝਦਾ ਸੀ ਮਜ਼ਾਕ ਕਰ ਰਹੇ ਨੇ, ਪਰ ਕ੍ਰੋਧੀ ਬੜਾ ਸੀ। ਇੱਕ ਵਾਰ ਪੁੱਛਿਆ, ਜਦੋਂ ਫਿਰ ਉਹ ਜਾਦਵਾਂ ਦੇ ਬੱਚਿਆਂ ਨੇ ਪੁੱਛਿਆ ਕਿ ਦੱਸੋ ਕੌਣ ਪੈਦਾ ਹੋਏਗਾ, ਕ੍ਰੋਧ ਦੇ ਵਿੱਚ ਆ ਕੇ ਸਰਾਪ ਦੇ ਦਿੱਤਾ, ਕਹਿੰਦਾ ਤੁਹਾਡੀ ਕੁੱਲ ਦਾ ਨਾਸ ਕਰਨ ਵਾਲਾ ਇਹਦੇ ਚੋਂ ਪੈਦਾ ਹੋਏਗਾ। ਜਦੋਂ ਇਹ ਗੱਲ ਭਗਵਾਨ ਕ੍ਰਿਸ਼ਨ ਨੂੰ ਪਤਾ ਲੱਗੀ ਨਾ ਕਿ ਸਾਡੀ ਕੁੱਲ ਨੂੰ ਸਰਾਪ ਮਿਲ ਗਿਆ, ਇਹ ਤਾਂ ਜਾਦਵਾਂ ਦੀ ਕੁੱਲ ਦਾ ਨਾਸ ਹੋ ਜਾਏਗਾ। ਕਹਿੰਦੇ ਫਿਰ ਉਹਨਾਂ ਨੇ ਕੀ ਕੀਤਾ, ਉਹ ਜਿਹੜਾ ਬਾਟਾ ਬੰਨਿਆ ਸੀ ਨਾ ਪੇਟ ਤੇ, ਉਹ ਰੇਤ ਦੇ ਨਾਲ ਰਗੜ ਰਗੜ ਕੇ ਉਹਨੂੰ ਘਸਾ ਦਿੱਤਾ। ਉਹ ਸਾਰੇ ਕਿਤੇ ਖਿਲਾਰ ਦਿੱਤਾ ਜ਼ਮੀਨ ਦੇ ਉੱਤੇ। ਇੱਕ ਛੋਟਾ ਜਿਹਾ ਟੁਕੜਾ ਬਚ ਗਿਆ ਜਿਹੜਾ ਹੁਣ ਰਗੜਿਆ ਨਹੀਂ ਸੀ ਜਾਂਦਾ ਰੇਤ ਦੇ ਨਾਲ। ਔਰ ਇਤਿਹਾਸ ਵਿੱਚ, ਪੁਰਾਣਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਕਿ ਜਿੱਥੇ ਉਹ ਬਾਟਾ ਰਗੜਿਆ ਸੀ ਨਾ, ਬਰੀਕ ਬਰੀਕ ਕਰਕੇ ਖਿਲਾਰ ਦਿੱਤਾ ਸੀ, ਉੱਥੇ ਪੰਨੀ ਪੈਦਾ ਹੋ ਗਈ। ਬੜੀ ਤੇਜ਼ ਤਿੱਖੀ ਹੁੰਦੀ ਹੈ ਪੰਨੀ, ਜਿਹੜੀ ਕੱਟ ਦਿੰਦੀ ਹੈ ਸਰੀਰ ਨੂੰ। ਸਾਧ ਸੰਗਤ ਜੀ, ਜਦੋਂ ਇਹਨਾਂ ਦੀ ਲੜਾਈ ਹੋਈ, ਜਾਦਵ ਲੜਦੇ ਲੜਦੇ ਉਹ ਪੰਨੀ ਦੇ ਖੇਤਾਂ ਦੇ ਵਿੱਚ ਚਲੇ ਗਏ, ਉਹਦੇ ਨਾਲ ਹੀ ਕੱਟ ਕੱਟ ਕੇ ਮਰ ਗਏ। ਉਹਨਾਂ ਦੇ ਵਿੱਚੋਂ ਬਚੇ ਸ੍ਰੀ ਕ੍ਰਿਸ਼ਨ ਜੀ। ਉਹ ਜਿਹੜਾ ਇੱਕ ਟੁਕੜਾ ਬਚਿਆ ਸੀ ਛੋਟਾ ਜਿਹਾ ਲੋਹੇ ਦਾ ਬਾਟੇ ਦਾ, ਉਹ ਸਮੁੰਦਰ ਦੇ ਵਿੱਚ ਸਿੱਟ ਦਿੱਤਾ। ਕਹਿੰਦੇ ਉਹ ਇੱਕ ਮੱਛੀ ਨੇ ਨਿਗਲ ਲਿਆ, ਮਛੇਰਾ ਮੱਛੀਆਂ ਫੜਦਾ ਸੀ, ਉਹਨੇ ਫੜ ਕੇ ਲਿਆਂਦੀ। ਉਹਦੇ ਵਿੱਚੋਂ ਜਦੋਂ ਚੀਰ ਕੇ ਉਹ ਸਬਜ਼ੀ ਸੁਬਜੀ ਬਣਾਉਣ ਲੱਗਾ, ਕੁਝ ਕਰਨ ਲੱਗਾ, ਉਹਦੇ ਵਿੱਚੋਂ ਲੋਹੇ ਦਾ ਟੁਕੜਾ ਨਿਕਲਿਆ। ਉਹਨੇ ਇੱਕ ਤੇਜ਼ ਧਾਰ ਵਾਲਾ ਤੀਰ ਬਣਾ ਲਿਆ, ਉਸ ਟੁਕੜੇ ਦੇ ਨਾਲ ਆਪਣੇ ਤੀਰ ਦੇ ਮੂਹਰੇ ਲਾ ਲਿਆ ਲੋਹਾ। ਔਰ ਜਦੋਂ ਭਗਵਾਨ ਕ੍ਰਿਸ਼ਨ ਦੇ ਪੈਰਾਂ ਦੇ ਵਿੱਚ ਨਿਸ਼ਾਨਾ ਬਿੰਨ ਕੇ ਕਿਸੇ ਨੇ ਮਾਰਿਆ ਸੀ ਨਾ, ਕਿ ਮਿਰਗ ਦੀ ਅੱਖ ਦੇ ਵਿੱਚ ਨਿਸ਼ਾਨਾ ਲਾ ਰਹੇ ਹੈ, ਪਦਮ ਮਣੀ ਪੈਰਾਂ ਦੇ ਵਿੱਚ ਮਣੀ ਚਮਕ ਰਹੀ ਸੀ, ਭਗਵਾਨ ਕ੍ਰਿਸ਼ਨ ਗੋਡੇ ਦੇ ਉੱਤੇ ਪੈਰ ਰੱਖ ਕੇ ਪਏ ਸੀ। ਉਹੀ ਤੀਰ ਜਿਹੜਾ ਮੱਛੀ ਦੇ ਪੇਟ ਦੇ ਵਿੱਚੋਂ ਨਿਕਲਿਆ ਸੀ ਲੋਹੇ ਦਾ ਟੁਕੜਾ, ਉਸੇ ਦੇ ਨਾਲ ਹੀ ਸ੍ਰੀ ਕ੍ਰਿਸ਼ਨ ਜੀ ਦਾ ਅੰਤ ਹੋਇਆ ਸੀ, ਜੋਤੀ ਜੋਤ ਸਮਾਏ ਸੀ। ਜਾਦਵਾਂ ਦੀ ਕੁੱਲ ਦਾ ਨਾਸ ਹੋ ਗਿਆ। ਇਹੋ ਹੀ ਉਪਦੇਸ਼ ਉਹ ਬੜੇ ਪਿਆਰ ਨਾਲ ਕਹਿ ਸਕਦਾ ਸੀ, ਬੱਚਿਓ ਜਾਓ, ਫਕੀਰਾਂ ਨੂੰ ਮਜ਼ਾਕ ਨਹੀਂ ਕਰਿਆ ਕਰਦੇ, ਜਾਂ ਹੋਰ ਕੋਈ ਮਜ਼ਾਕ ਦੇ ਵਿੱਚ ਟਾਲ ਦਿੰਦਾ, ਪਰ ਉਹਨੇ ਸਰਾਪ ਦੇ ਦਿੱਤਾ। ਗੁਰੂ ਸਾਹਿਬਾਂ ਨੇ ਕਦੇ ਸਰਾਪ ਨਹੀਂ ਕਿਸੇ ਨੂੰ ਦਿੱਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਿੱਖਾ ਦਾੜੀ ਤੋਂ ਫੜ ਕੇ ਖਿੱਚਾਂਗਾ ਥੱਲੇ ਨਰਕ 'ਚ ਹੋਰ ਜਾਏਗਾ, ਉੱਪਰੋਂ ਫੜ ਕੇ ਕੇਸਾਂ ਤੋਂ ਖਿੱਚਾਂਗਾ ਬਾਹਰ ਆ ਜਾਏਗਾ। ਹੱਸਦਿਆਂ ਹੱਸਦਿਆਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਕਕਾਰਾਂ ਦੇ ਧਾਰਨੀ ਹੋਵੋ, ਕਿਸੇ ਪ੍ਰਕਾਰ ਦਾ ਕੋਈ ਮਜ਼ਾਕ ਨਹੀਂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜੇ ਕਿਤੇ ਅਸੀਂ ਭਗਤ ਤੋਂ ਹੀਣੇ ਹੋ ਵੀ ਗਏ, ਤੂੰ ਆਪਣੇ ਨਾਮ ਦੀ ਲਾਜ ਰੱਖਦਾ, ਆਪਣੇ ਸਿੱਖਾਂ ਦਾ ਰੂਪ ਪਹਿਚਾਣਦਾ ਕਿ ਇਹਨੇ ਪਹਿਰਾਵਾ ਮੇਰਾ ਪਾਇਆ ਹੋਇਆ ਹੈ। ਉਹ ਪਹਿਰਾਵੇ ਤੋਂ ਤੂੰ ਆਪਣੇ ਸਿੱਖ ਨੂੰ ਪਛਾਣ ਕੇ ਨਰਕਾਂ ਵਿੱਚੋਂ ਕੱਢ ਲੈਣਾ ਹੈ। ਸਤਿਗੁਰੂ ਜੀ ਕਹਿੰਦੇ, ਜੇ ਕਿਤੇ ਤੇਰਾ ਸਿੱਖ, ਤੇਰਾ ਬੰਦਾ, ਬਸ ਉਹਦੇ ਨਾਮ ਦੇ ਨਾਲ ਤੇਰਾ ਸੇਵਕ ਲੱਗਦਾ ਹੋਵੇ, ਭਗਤੀ ਤੋਂ ਹੀਣਾ ਵੀ ਹੈ ਨਾ, ਹੇ ਦਾਤਾ ਤੂੰ ਕਿਰਪਾ ਕਰਕੇ ਉਹਦੀ ਵੀ ਰੱਖਿਆ ਕਰਦਾ। ਭਗਤ ਹੀਣ ਨਾਨਕ ਜੇ ਹੋਏਗਾ, ਜੇ ਮੈਂ ਤੇਰਾ ਦਾਸ ਭਗਤੀ ਤੋਂ ਹੀਣਾ ਹਾਂ, ਪਰ ਹਾਂ ਤੇ ਤੇਰਾ ਨਾ ਨਾਮ ਤੇ ਤੇਰਾ ਲੱਗਦਾ ਹੈ ਨਾ ਮੇਰੇ ਨਾਮ ਦੇ ਨਾਲ। ਹੇ ਦਾਤਾ ਭਗਤ ਹੀਣ ਨਾਨਕ ਜੇ ਹੋਏਗਾ, ਜੇ ਮੈਂ ਭਗਤੀ ਤੋਂ ਹੀਣਾ ਵੀ ਹਾਂ, ਤਾਂ ਖਸਮੈ ਨਾਉ ਨਾ ਜਾਈ। ਪਰ ਜਿਹੜਾ ਤੇਰਾ ਨਾਮ ਹੈ ਨਾ, ਜਿਹੜਾ ਤੇਰੇ ਨਾਮ ਦਾ ਟਿੱਕਾ ਮੇਰੇ ਮੱਥੇ ਉੱਤੇ ਲੱਗ ਗਿਆ, ਤੇਰਾ ਹੋਣ ਦੀ ਮੋਹਰ ਮੇਰੇ ਉੱਤੇ ਲੱਗ ਗਈ ਕਿ ਮੈਂ ਤੇਰਾ ਹਾਂ, ਤੂੰ ਆਪਣੇ ਸੇਵਕਾਂ ਨੂੰ ਪਛਾਣ ਲੈਣਾ ਹੈ, ਉਹਨਾਂ ਨੂੰ ਫਿਰ ਵੀ ਭਵਸਾਗਰ ਤੋਂ ਪਾਰ ਕਰ ਦੇਣਾ ਹੈ। ਜਿਹੜੇ ਤੇਰੇ ਹੋ ਜਾਂਦੇ ਨੇ, ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਨਾ ਸਾਧ ਸੰਗਤ ਜੀਓ, ਉਹ ਕਦੀ ਡੁੱਬਦੇ ਨਹੀਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਦਾਵਰੀ ਦੇ ਕਿਨਾਰੇ ਘੁੰਮਦੇ ਫਿਰਦੇ ਨੇ, ਟਹਿਲ ਰਹੇ ਨੇ। ਅੰਮ੍ਰਿਤ ਵੇਲਾ ਸਵੇਰ ਦੇ ਦੀਵਾਨ ਤੋਂ ਬਾਅਦ ਸਤਿਗੁਰੂ ਜੀ ਸੈਰ ਕਰਦੇ ਫਿਰਦੇ ਨੇ ਗੋਦਾਵਰੀ ਦੇ ਕੰਢੇ। ਇੱਕ ਪੱਥਰ ਚੁੱਕਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਹੱਥ ਦੇ ਵਿੱਚ, ਔਰ ਉਸ ਪੱਥਰ ਨੂੰ ਬੜੇ ਜ਼ੋਰ ਦੀ ਉੱਪਰ ਸੁੱਟਦੇ ਨੇ। ਇੱਕ ਹੱਥ ਦੇ ਵਿੱਚੋਂ ਦੂਸਰੇ ਹੱਥ ਦੇ ਵਿੱਚ ਫੜ ਲੈਂਦੇ ਨੇ, ਕੈਚ ਕਰ ਲੈਂਦੇ ਨੇ। ਇਸ ਤਰ੍ਹਾਂ ਹੀ ਕਰਦੇ ਕਰਦੇ ਕਾਫੀ ਦੂਰ ਤੱਕ ਗਏ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹ ਪੱਥਰ ਬੜਾ ਜ਼ੋਰ ਦੀ ਉੱਪਰ ਨੂੰ ਸੁੱਟ ਦਿੱਤਾ, ਔਰ ਉਹ ਜਿਹੜਾ ਪੱਥਰ ਸੀ ਨਾ, ਬੁੜਕ ਕੇ ਜਾ ਕੇ ਸਿੱਧਾ ਗੋਦਾਵਰੀ ਨਦੀ ਦੇ ਵਿੱਚ ਡਿੱਗਿਆ ਤੇ ਡੁੱਬ ਗਿਆ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਨੂੰ ਪੁੱਛਦੇ ਨੇ, ਸਿੰਘੋ ਦੱਸੋ ਇਹ ਪੱਥਰ ਡੁੱਬ ਕਿਉਂ ਗਿਆ? ਇਹਦੇ ਡੁੱਬਣ ਦਾ ਕਾਰਨ ਕੀ ਹੈ? ਆ ਜਿਹੜਾ ਪੱਥਰ ਨਦੀ ਵਿੱਚ ਗਿਆ ਨਾ, ਇਹ ਕਿਉਂ ਡੁੱਬ ਗਿਆ? ਹੁਣ ਜਿਹੜੇ ਬਹੁਤ ਸਾਰੇ ਸੀ ਨਾ ਸਿੱਖ, ਉਹ ਕਹਿੰਦੇ ਮਹਾਰਾਜ ਪੱਥਰ ਜਿਹੜਾ ਨਾ ਭਾਰੀ ਹੁੰਦਾ ਹੈ, ਉਹ ਭਾਰੀ ਹੋਣ ਦੇ ਕਾਰਨ ਉਹ ਡੁੱਬ ਗਿਆ, ਪਾਣੀ ਵਿੱਚ ਡਿੱਗ ਗਿਆ, ਇਸ ਕਰਕੇ ਉਹ ਡੁੱਬ ਗਿਆ, ਕਿਉਂਕਿ ਉਹ ਭਾਰੀ ਹੁੰਦਾ, ਵਜ਼ਨ ਜ਼ਿਆਦਾ ਹੁੰਦਾ ਪੱਥਰ ਦੇ ਵਿੱਚ। ਹਰ ਇੱਕ ਨੇ ਆਪਣੀ ਆਪਣੀ ਮੱਤ ਅਨੁਸਾਰ, ਕਿਸੇ ਨੇ ਕਿਹਾ ਪੱਥਰ ਭਾਰੀ ਹੈ ਤਾਂ ਡੁੱਬ ਗਿਆ। ਭਾਈ ਦਇਆ ਸਿੰਘ ਨੂੰ ਪੁੱਛਦੇ ਨੇ, ਸਤਿਗੁਰੂ ਦਇਆ ਸਿੰਘਾ ਤੂੰ ਦੱਸ ਇਹ ਪੱਥਰ ਕਿਉਂ ਡੁੱਬ ਗਿਆ? ਜਿਹੜਾ ਥੋੜੀ ਦੇਰ ਪਹਿਲਾਂ ਸਤਿਗੁਰੂ ਜੀ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਸੀ, ਕਦੇ ਇਸ ਹੱਥ ਵਿੱਚ ਕਦੇ ਉਸ ਹੱਥ ਦੇ ਵਿੱਚ, ਉਹ ਨਦੀ ਵਿੱਚ ਕਿਉਂ ਡੁੱਬਿਆ? ਭਾਈ ਦਇਆ ਸਿੰਘ ਨੇ ਹੱਥ ਜੋੜੇ, ਸੱਚੇ ਪਾਤਸ਼ਾਹ ਤੇਰੀਆਂ ਤੂੰ ਹੀ ਜਾਣਦਾ, ਜੇ ਥੋੜੀ ਬਹੁਤੀ ਬੁੱਧੀ ਤੂੰ ਬਖਸ਼ੀ ਹੈ ਨਾ, ਉਹ ਮੈਨੂੰ ਇਹ ਦੱਸ ਰਹੀ ਹੈ ਕਿ ਸਤਿਗੁਰੂ ਜਿੰਨੀ ਦੇਰ ਤੱਕ ਤੇਰੇ ਹੱਥਾਂ ਦੇ ਵਿੱਚ ਸੀ ਨਾ ਉਹ ਪੱਥਰ, ਉਹ ਖੇਡ ਰਿਹਾ ਸੀ, ਔਰ ਜਦੋਂ ਤੇਰੇ ਹੱਥਾਂ ਵਿੱਚੋਂ ਛੁੱਟ ਗਿਆ ਉਹ ਡੁੱਬ ਗਿਆ। ਜਿਹੜਾ ਤੇਰੇ ਹੱਥਾਂ ਵਿੱਚ ਰਹੇਗਾ, ਜਿਹਨੇ ਆਪਣਾ ਹੱਥ ਤੈਨੂੰ ਪਕੜਾ ਦਿੱਤਾ, ਫਿਰ ਤੂੰ ਬਾਹੇ ਗਹੇ ਕੀ ਲਾਜ ਅਸ, ਬਾਂਹ ਫੜੀ ਦੀ ਲਾਜ ਰੱਖਦਾ, ਉਹਨੂੰ ਡੁੱਬਣ ਨਹੀਂ ਦਿੰਦਾ। ਜਦੋਂ ਤੇਰੇ ਹੱਥ ਵਿੱਚੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਹੈ। ਅਸੀਂ ਗੁਰੂ ਨੂੰ ਆਪਣੀ ਬਾਂਹ ਫੜਾਈਏ। ਇੱਕ ਗੱਲ ਹੋਰ, ਸਤਿਗੁਰੂ ਜੀ ਨੇ ਸਾਨੂੰ, ਗੁਰਮਤਿ ਨੇ ਉਪਦੇਸ਼ ਦਿੱਤਾ ਕਿ ਅਸੀਂ ਉਂਗਲ ਗੁਰੂ ਦੀ ਫੜਨੀ ਨਹੀਂ, ਗੁਰੂ ਨੂੰ ਆਪਣੀ ਬਾਂਹ ਫੜਾਉਣੀ ਹੈ। ਅਸੀਂ ਨਹੀਂ ਫੜਨੀ ਬਾਂਹ ਗੁਰੂ ਦੀ, ਆਪਣੀ ਬਾਂਹ ਉਹਨੂੰ ਫੜਾ ਦਿਓ, ਕਿਉਂਕਿ ਸਾਡੀ ਜਿਹੜੀ ਪਕੜ ਹੈ ਨਾ ਉਹ ਬੜੀ ਕਮਜ਼ੋਰ ਹੁੰਦੀ ਹੈ, ਛੋਟੀ ਹੁੰਦੀ ਹੈ। ਅਸੀਂ ਕਈ ਵਾਰ ਸੁਣਦੇ ਹਾਂ ਕਿ ਬੱਚੇ ਨੇ ਉਂਗਲ ਫੜੀ ਸੀ, ਭੀੜ ਦੇ ਵਿੱਚ ਗੁੰਮ ਹੋ ਗਿਆ, ਹੱਥ ਛੁੱਟ ਗਿਆ। ਕਾਰਨ ਕੀ ਸੀ? ਜੇ ਕਿਤੇ ਉਹੀ ਕਿਸੇ ਸਿਆਣੇ ਬਜ਼ੁਰਗ ਨੇ ਫੜੀ ਹੁੰਦੀ, ਸਿਆਣੇ ਦੀ ਪਕੜ ਜਿਹੜੀ ਮਜ਼ਬੂਤ ਹੁੰਦੀ ਹੈ, ਛੱਡਦਾ ਨਹੀਂ, ਉਹ ਬੱਚੇ ਦੀ ਬਾਂਹ ਘੁੱਟ ਕੇ ਫੜਦਾ, ਫਿਰ ਮੇਲੇ 'ਚ ਕਿਤੇ ਗਵਾਚਦਾ ਨਹੀਂ। ਜਦੋਂ ਅਸੀਂ ਆਪਣੀ ਬਾਂਹ ਗੁਰੂ ਨੂੰ ਫੜਾਵਾਂਗੇ, ਗੁਰੂ ਦੀ ਪਕੜ ਬੜੀ ਮਜ਼ਬੂਤ ਹੈ, ਉਹ ਤਾਂ ਸਿਰ ਦਿੰਦਾ, ਬਾਹਾਂ ਜਿੰਨਾ ਕੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀਐ। ਸਿਰ ਭਾਵੇਂ ਚਲਾ ਜਾਏ ਫਿਰ ਉਹ ਬਾਂਹ ਛੱਡਦਾ ਨਹੀਂ। ਪਰ ਸਾਡੀ ਜਿਹੜੀ ਪਕੜ ਕਮਜ਼ੋਰ ਹੁੰਦੀ ਹੈ, ਮਾੜਾ ਜਿਹਾ ਧੱਕਾ ਵੱਜਿਆ ਹੱਥ ਢਿੱਲਾ ਪੈ ਜਾਂਦਾ ਹੈ, ਔਰ ਪਕੜ ਜਿਹੜੀ ਆ ਛੁੱਟ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਆਪਣੀ ਬਾਂਹ ਗੁਰੂ ਨੂੰ ਪਕੜਾ ਦੇ। ਜਦੋਂ ਗੁਰੂ ਨੇ ਬਾਂਹ ਫੜ ਲਈ, ਫਿਰ ਅਰਦਾਸ ਕਰੀ ਕਿ ਦਾਤਾ ਹੁਣ ਬਾਂਹ ਫੜੇ ਦੀ ਲਾਜ ਰੱਖੀ। ਅੱਜ ਦੇ ਇਸ ਸ਼ਬਦ ਦੇ ਵਿੱਚ ਵੀ ਇਹੋ ਉਪਦੇਸ਼ ਹੈ ਕਿ ਸਤਿਗੁਰੂ ਜੀ ਮੈਂ ਤੇਰੇ ਗੁਣ ਨਹੀਂ ਗਾ ਸਕਦਾ, ਮੈਂ ਭਗਤੀ ਤੋਂ ਹੀਣਾ ਹਾਂ, ਪਰ ਤੂੰ ਆਪਣੇ ਨਾਮ ਦੀ ਲਾਜ ਰੱਖਦਾ, ਮੈਂ ਤੇਰਾ, ਮੈਂ ਆਪਣੀ ਬਾਂਹ ਤੈਨੂੰ ਫੜਾਈ ਹੈ, ਹੁਣ ਬਾਂਹ ਫੜੀ ਦੀ ਲਾਜ ਤੂੰ ਰੱਖਣੀ ਹੈ, ਤੂੰ ਬਖਸ਼ਿਸ਼ਾਂ ਕਰਨੀਆਂ ਨੇ, ਤੂੰ ਰਹਿਮਤਾਂ ਕਰਨੀਆਂ ਨੇ। ਜਿਹਦੀ ਬਾਂਹ ਤੂੰ ਇੱਕ ਵਾਰ ਫੜ ਲੈਣਾ ਫਿਰ ਉਹਨੂੰ ਡੁੱਬਣ ਨਹੀਂ ਦਿੰਦਾ, ਉਹਦੀ ਬਾਂਹ ਕਦੇ ਛੱਡਦਾ ਨਹੀਂ। ਇਸ ਲਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਵਿੱਚ ਜਿਹੜੇ ਸ਼ਲੋਕ ਆਪਾਂ ਹਰ ਰੋਜ਼ ਪੜ੍ਹਦੇ ਹਾਂ, 9ਵੇਂ ਮਹੱਲੇ ਦੇ ਸ਼ਲੋਕ ਸੁਣਦੇ ਹੋ, ਉਹਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਵੇਖਿਆ ਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਸਤਿਗੁਰੂ ਜੀ ਕਹਿੰਦੇ ਇੱਕ ਨਿਮਖ ਵਾਸਤੇ, ਨਿਮਖ ਕਿੰਨਾ ਕੁ ਹੁੰਦਾ ਜਿੰਨੀ ਦੇਰ 'ਚ ਆਪਾਂ ਅੱਖ ਝਮਕਦੇ ਹਾਂ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਤੇ ਤੇਰੇ ਵਿੱਚ ਇੰਨਾ ਕੁ ਫਾਸਲਾ ਪਾ ਲੈ ਜਿੰਨਾ ਕੁ ਅਸੀਂ ਅੱਖ ਝਮਕਦੇ ਹਾਂ, ਇੱਕ ਨਿਮਖ ਜਿੰਨਾ ਕੁ, ਇੰਨੀ ਕੁ ਚਿਰ ਵਾਸਤੇ ਵੀ ਤੂੰ ਇਹਨਾਂ 'ਚੋਂ ਉਦਾਸ ਹੋ ਜਾਏ ਨਾ, ਇਹਨਾਂ ਤੋਂ ਬਾਹਰ ਕਦਮ ਰੱਖ ਲੈ। ਵੇਖਿਆ ਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਜੇ ਇੱਕ ਛਿਣ ਵਾਸਤੇ, ਭਾਵ ਇੱਕ ਕਦਮ ਚੁੱਕ ਲੈ ਇਹਨਾਂ ਤੋਂ ਬਾਹਰ, ਫਿਰ ਮੰਜ਼ਿਲ ਤੱਕ ਤੈਨੂੰ ਗੁਰੂ ਨੇ ਪਹੁੰਚਾ ਦੇਣਾ। ਜੇ ਇੱਕ ਛਿਣ ਵਾਸਤੇ ਤੂੰ ਉਦਾਸ ਹੋ ਜਾਏ, ਉਪਰਾਮ ਹੋ ਜਾਏ, ਇੰਨਾ ਕੁ ਫਾਸਲਾ ਪਾ ਲੈ ਤੇਰੇ ਵਿੱਚ ਤੇ ਵਿਕਾਰਾਂ ਦੇ ਵਿੱਚ, ਇੰਨਾ ਕੁ ਗੈਪ ਪੈ ਜਾਏ, ਫਿਰ ਉਹ ਪ੍ਰਮਾਤਮਾ ਨੇ ਕੀ ਕਰਨਾ? ਤੇਰੇ ਗਲ ਦੇ ਵਿੱਚ ਪਰੈ ਨਾ ਜਮ ਕੀ ਫਾਸ, ਤੇਰੇ ਗਲ ਵਿੱਚ ਜਮਾਂ ਦੀ ਫਾਹੀ ਨਹੀਂ ਪਏਗੀ। ਨਹੀਂ ਤਾਂ ਪਹਿਲਾਂ ਵਿਸ਼ਿਆਂ ਵਿਕਾਰਾਂ ਦੀ ਫਾਹੀ ਤੇਰੇ ਗਲ ਵਿੱਚ, ਨਸ਼ਿਆਂ ਦੀ ਫਾਹੀ ਤੇਰੇ ਗਲ ਵਿੱਚ, 5 ਜਿਹੜੇ ਮੇਨ ਕਾਰਨ ਬਿਮਾਰੀਆਂ ਨੇ ਸਾਨੂੰ ਚਿੰਬੜੀਆਂ ਹੋਈਆਂ, ਉਹਨਾਂ ਦੀ ਫਾਹੀ ਸਾਡੇ ਗਲ 'ਚ ਪਈ ਹੋਈ ਹੈ। ਫਿਰ ਉਸ ਤੋਂ ਬਾਅਦ ਜਮਾਂ ਦੀ ਫਾਹੀ ਵੀ ਗਲ 'ਚ ਪੈਣ ਨੂੰ ਤਿਆਰ ਹੈ। ਪਰ ਜੇ ਕਿਤੇ ਮਨੁੱਖ ਗੁਰੂ ਦੀ ਬਾਂਹ ਫੜ ਲਵੇ, ਥੋੜ੍ਹਾ ਜਿਹਾ ਫਾਸਲਾ, ਥੋੜ੍ਹਾ ਜਿਹਾ ਗੈਬ ਆਪਣੇ ਵਿੱਚ ਤੇ ਵਿਕਾਰਾਂ ਦੇ ਵਿੱਚ ਪਾ ਲਏ, ਸਤਿਗੁਰੂ ਜੀ ਕਹਿੰਦੇ ਫਿਰ ਪਰੈ ਨਾ ਜਮ ਕੀ ਫਾਸ, ਫਿਰ ਉਹ ਜਮਾਂ ਦੀ ਫਾਹੀ ਉਹਦੇ ਗਲ 'ਚ ਨਹੀਂ ਪੈਂਦੀ। ਫਿਰ ਗੁਰੂ ਆਪਣੀ ਬਾਂਹ ਦੇ ਕੇ ਉਹਨੂੰ ਬਚਾ ਲੈਂਦਾ, ਉਹਨੂੰ ਪਕੜ ਲੈਂਦਾ, ਉਹਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦਾ। ਫਿਰ ਕੋਈ ਦੁਨੀਆ ਦਾ ਵਿਕਾਰ, ਕੋਈ ਦੁਨੀਆ ਦਾ ਪਾਪ, ਕੋਈ ਜਮਾਂ ਦੀ ਫਾਹੀ ਉਹਦੇ ਨੇੜੇ ਨਹੀਂ ਆ ਸਕਦੀ। ਪਰ ਆਪਾਂ ਅਰਦਾਸ ਕਰੀਏ ਕਿ ਦਾਤਾ ਸਾਡੇ ਵਿੱਚ ਕੋਈ ਬਲ ਨਹੀਂ,
ਅਸੀਂ ਤੇਰੇ ਗੁਣ ਨਹੀਂ ਗਾ ਸਕਦੇ। ਅਸੀਂ ਤਾਂ ਜਿੰਨੇ ਕਾ ਵਾਹਿਗੁਰੂ ਵਾਹਿਗੁਰੂ ਸਵੇਰੇ ਆ ਕੇ ਤੇਰੇ ਦਰ ਤੇ ਕਰਦੇ ਹਾਂ, ਜਿੰਨੀ ਕੁ ਬਾਣੀ ਸੁਣਦੇ ਹਾਂ, ਜਿੰਨੀ ਕੁ ਸੰਗਤ ਕਰਦੇ ਹਾਂ, ਇਹ ਤਾਂ ਆਪਣੇ ਆਪ ਨੂੰ ਬਚਾਉਣ ਵਾਸਤੇ ਕਰ ਰਹੇ ਹਾਂ। ਅਸੀਂ ਕੋਈ ਤੇਰੇ ਗੁਣ ਨਹੀਂ ਗਾ ਰਹੇ, ਤੇਰੀ ਕੋਈ ਵਡਿਆਈ ਨਹੀਂ ਕਰ ਰਹੇ। ਇਹ ਤਾਂ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਉਣ ਦੇ ਲਈ ਤੇਰੀ ਸ਼ਰਨ ਵਿੱਚ ਆਇਆ, ਤਾਂ ਕਿ ਇਸ ਜਗ੍ਹਾ ਤੋਂ ਨਿਰਭੈ ਸ਼ਬਦ ਸਾਨੂੰ ਮਿਲਦਾ ਹੈ। ਆਪ ਜੀ ਨੇ ਸੁਣਿਆ ਸੀ, ਪਹਿਲਾਂ ਵੀ ਵਿਚਾਰ ਆਪਾਂ ਕੀਤੀ ਸੀ ਕਿ ਗੁਰੂ ਦੇ ਚਰਨਾਂ ਵਿੱਚ ਜਦੋਂ ਕੋਈ ਮਨੁੱਖ ਵਿਆਕੁਲ ਹੋ ਕੇ ਅਰਦਾਸ ਕਰਦਾ ਨਾ, ਰਾਖ ਪ੍ਰਭੂ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਹੇ ਵਾਹਿਗੁਰੂ ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੇਰੇ ਵਿੱਚ ਕੋਈ ਗੁਣ ਨਹੀਂ, ਸਾਰੇ ਗੁਣ ਤੇਰੇ ਨੇ, ਮੈਂ ਔਗੁਣਾਂ ਨਾਲ ਭਰਿਆ ਹੋਇਆ। ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਜਦੋਂ ਇਸ ਤਰ੍ਹਾਂ ਮਨੁੱਖ ਤਰਲੇ ਲੈ ਕੇ ਲਗਾਤਾਰ ਅਰਦਾਸਾਂ ਕਰਦਾ ਹੈ, ਹਰ ਰੋਜ਼ ਅਰਦਾਸਾਂ ਕਰਦਾ ਹੈ, ਵਾਰ-ਵਾਰ ਇਹ ਅਰਦਾਸ ਕਰਦਾ ਹੈ ਗੁਰੂ ਦੇ ਚਰਨਾਂ ਵਿੱਚ ਕਿ ਰੱਖ ਲੈ, ਬਚਾ ਲੈ ਮੈਨੂੰ। ਫਿਰ ਗੁਰੂ ਪੁੱਛਦਾ ਕਿ ਕਿਹਦੇ ਕੋਲੋਂ ਬਚਾਵਾਂ, ਕੀ ਡਰ ਹੈ ਤੈਨੂੰ, ਕੌਣ ਤੈਨੂੰ ਤੰਗ ਕਰਦਾ ਹੈ। ਜਦੋਂ ਸਤਿਗੁਰੂ ਪੁੱਛਦੇ ਨੇ, ਫਿਰ ਜੀਵ ਜਗਿਆਸੂ ਅਰਦਾਸ ਬੇਨਤੀ ਕਰਦਾ ਹੈ, ਹੇ ਦਾਤਾ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਕਿਹਨਾਂ ਤੋਂ ਬਚਾਉਣਾ? ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣਹਾਰੇ। ਹੇ ਵਾਹਿਗੁਰੂ ਪੰਜ ਬਿਕਾਰਾਂ ਤੋਂ ਬਚਾ ਲੈ। ਉਹ ਪੰਜ ਨੇ, ਮੈਂ ਕੱਲਾ ਇੱਕ ਗਰੀਬ ਹਾਂ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣਹਾਰੇ। ਉਹ ਕੀ ਕਹਿੰਦੇ ਨੇ ਤੈਨੂੰ? ਸਤਿਗੁਰਾਂ ਨੇ ਪੁੱਛਿਆ। ਫਿਰ ਜਗਿਆਸੂ ਨੇ ਕਿਹਾ ਕਿ ਉਹ ਮੈਨੂੰ ਬੜਾ ਮਾਰਦੇ ਨੇ, ਉਹ ਸਤਾਉਂਦੇ ਨੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣਹਾਰੇ। ਖੇਦ ਕਰੈ ਅਰ ਬਹੁਤ ਸੰਤਾਵੈ। ਉਹ ਮੈਨੂੰ ਖੇਦਦੇ ਨੇ, ਖੇਡਦੇ ਨੇ, ਮਾਰਦੇ ਨੇ, ਸਤਾਉਂਦੇ ਨੇ। ਉਹਨਾਂ ਦਾ ਸਤਾਇਆ ਹੋਇਆ ਮੈਂ ਤੇਰੇ ਦਰ ਤੇ ਆਇਆ। ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਤੁਹਾਡੀ ਸ਼ਰਨ ਵਿੱਚ ਆ ਗਿਆ, ਕਿਰਪਾ ਕਰਕੇ ਮੈਨੂੰ ਉਹਨਾਂ ਤੋਂ ਬਚਾ ਲੈ। ਇਹ ਸਮੱਤ ਕਿੱਥੋਂ ਮਿਲਦੀ ਹੈ? ਗੁਰੂ ਦੇ ਅੱਗੇ ਅਰਦਾਸ ਕਰਨ ਦੀ। ਫਿਰ ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਤੂੰ ਸੰਗਤ ਦੇ ਵਿੱਚ ਆ ਜਾ, ਗੁਰੂ ਕੀ ਸੰਗਤ ਦੇ ਵਿੱਚ ਆ ਜਾ, ਉੱਥੇ ਆ ਕੇ ਬਚ ਜਾਏਗਾ। ਆਪਾਂ ਸੰਗਤ ਵਿੱਚ ਆਉਂਦੇ ਹਾਂ ਉਹਨਾਂ ਪੰਜ ਬੇਕਾਰਾਂ ਤੋਂ ਬਚਣ ਵਾਸਤੇ। ਕਹਿੰਦੇ ਫਿਰ ਮੈਨੂੰ ਇਹ ਗੱਲ ਦੀ ਖਬਰ ਮਿਲੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੱਸ ਰਹੀ ਹੈ ਕਿ ਮਨ ਨੇ ਕਿਹਾ, ਮੈਨੂੰ ਫਿਰ ਖਬਰ ਮਿਲੀ, ਏਕ ਬਾਤ ਸੁਣ ਤਾਕੀ ਓਟਾ। ਇਹ ਗੱਲ ਸੁਣ ਕੇ ਮੈਂ ਤੇਰੇ ਚਰਨਾਂ ਦੀ ਓਟ ਲੈ ਲਈ, ਤੇਰੇ ਗੁਰਸਿੱਖਾਂ ਦੀ ਸੰਗਤਾਂ ਦੀ ਚਰਨਾਂ ਦੀ ਓਟ ਲੈ ਲਈ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਕਿ ਸਾਧ ਸੰਗਤ ਦੇ ਵਿੱਚ ਜਾ ਕੇ ਇਹ ਮਿਟ ਜਾਂਦੇ ਨੇ। ਨਹੀਂ ਤਾਂ ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ। ਮੈਂ ਬੜੇ ਯਤਨ ਕਰਕੇ ਦੇਖ ਲਏ, ਬੜੀ ਮਿੱਟੀ ਕੱਢ ਲਈ ਟੋਭਿਆਂ ਤੇ ਜਾ ਕੇ, ਬੜੀਆਂ ਜਾ ਕੇ ਕਬਰਾਂ ਦੇ ਉੱਤੇ ਦੀਵੇ ਲਾ ਲਾ ਕੇ ਥੱਕ ਗਿਆ, ਇਹਨਾਂ ਤੋਂ ਬਚਿਆ ਨਹੀਂ। ਕਈਆਂ ਕੋਲੋਂ ਪੁੱਛਾ ਲੈ ਲਈ, ਕਈਆਂ ਕੋਲੋਂ ਧਾਗੇ ਤਬੀਤ ਲੈ ਲਏ, ਇਹਨਾਂ ਵਿਕਾਰਾਂ ਤੋਂ ਮੈਂ ਬਚਿਆ ਨਹੀਂ। ਕਿਸੇ ਤਰੀਕੇ ਦੇ ਨਾਲ ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤ ਹੂੰ ਨਾਹੀ। ਇਹ ਪੰਜ ਬੇਕਾਰ ਮੇਰਾ ਪਿੱਛਾ ਨਹੀਂ ਛੱਡਦੇ। ਬੜੇ ਯਤਨ ਕੀਤੇ, ਬੜੇ ਤੀਰਥਾਂ ਤੇ ਗਿਆ, ਬੜੇ ਨਹਾ ਕੇ ਆਇਆ, ਕਦੇ ਕਿਸੇ ਤੀਰਥ ਤੇ ਖੜੇ, ਕਦੇ ਕਿਸੇ ਤੀਰਥ ਦੇ ਉੱਤੇ। ਜਿਵੇਂ ਜਿਵੇਂ ਜੀ ਨੇ ਦੱਸਿਆ ਉਵੇਂ ਯਤਨ ਕੀਤੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤ ਹੂੰ ਨਾਹੀ। ਪਰ ਇਹਨਾਂ ਬੇਕਾਰਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ। ਫਿਰ ਕੀ ਸਾਧਨਾ ਮਿਲੀ, ਕੀ ਉਪਦੇਸ਼ ਮਿਲਿਆ? ਉਹ ਕਹਿੰਦੇ ਬਸ ਇੱਕ ਦਿਨ ਸੁਣ ਲਿਆ ਸੀ ਕਿ ਗੁਰਸਿੱਖਾਂ ਦੀ, ਸਾਧੂਆਂ ਦੀ ਸ਼ਰਨ ਵਿੱਚ ਚਲਾ ਜਾ। ਜਦੋਂ ਸਾਧੂਆਂ ਦੀ ਸ਼ਰਨ ਵਿੱਚ ਚਲਾ ਜਾਏਗਾ, ਉੱਥੇ ਜਾ ਕੇ ਇਹ ਮਿਟ ਜਾਣਗੇ। ਇਹ ਗੱਲ ਸੁਣ ਕੇ, ਏਕ ਬਾਤ ਸੁਣ ਤਾਕੀ ਓਟਾ, ਇੱਕ ਗੱਲ ਸੁਣ ਕੇ ਮੈਂ ਸੰਤਾਂ ਦੀ, ਗੁਰਸਿੱਖਾਂ ਦੀ, ਸਾਧੂਆਂ ਦੀ ਸ਼ਰਨ ਤੱਕ ਲਈ ਕਿ ਸਾਧ ਸੰਗ ਮਿਟ ਜਾਹੀ। ਸਾਧ ਸੰਗਤ ਦੇ ਵਿੱਚ ਜਾ ਕੇ ਇਹ ਵਿਕਾਰ ਮਿਟ ਜਾਂਦੇ ਨੇ, ਵਿਕਾਰਾਂ ਦਾ ਨਾਸ ਹੋ ਜਾਂਦਾ ਹੈ। ਫਿਰ ਉਹਨਾਂ ਸਾਧੂਆਂ ਨੇ, ਸੰਤਾਂ ਨੇ ਕੀ ਕੀਤਾ? ਕਰ ਕਿਰਪਾ, ਜਦੋਂ ਗੁਰੂ ਦੀ ਕਿਰਪਾ ਦੇ ਨਾਲ, ਪ੍ਰਮਾਤਮਾ ਦੀ ਰਹਿਮਤ ਦੇ ਨਾਲ ਸਾਧੂ ਮਿਲ ਗਏ, ਉਹਨਾਂ ਸਾਧੂਆਂ ਨੇ ਕੀ ਕੀਤਾ? ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਉਹਨਾਂ ਨੇ ਮੈਨੂੰ ਧੀਰਜ ਦਿੱਤਾ, ਧਰਵਾਸ ਦਿੱਤੀ ਕਿ ਆ ਸੰਗਤ ਦੇ ਵਿੱਚ ਬੈਠ, ਆ ਤੇਰੇ ਬੇਕਾਰ ਕੱਟ ਦਈਏ। ਫਿਰ ਉਹਨਾਂ ਸਾਧੂਆਂ ਨੇ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸੰਤਾਂ ਨੇ ਕੀ ਕੀਤਾ? ਸੰਤੀ ਮੰਤ ਦਿਓ ਮੋਹੇ ਨਿਰਭਉ। ਉਹਨਾਂ ਨੇ ਮੈਨੂੰ ਨਿਰਭਉ ਸ਼ਬਦ ਦੇ ਦਿੱਤਾ, ਗੁਰੂ ਦਾ ਮੰਤਰ ਦੇ ਦਿੱਤਾ। ਉਹਨੇ ਮੈਨੂੰ ਦ੍ਰਿੜ ਕਰਾ ਦਿੱਤਾ ਕਿ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਿਆ ਕਰ। ਸੰਤਾਂ ਨੇ ਮੈਨੂੰ ਇਹ ਸ਼ਬਦ ਦੇ ਦਿੱਤਾ, ਸੰਤੀ ਮੰਤ ਦਿਓ। ਉਹਨਾਂ ਨੇ ਮੈਨੂੰ ਮੰਤਰ ਦੇ ਦਿੱਤਾ ਨਿਰਭਉ, ਜਿਹੜਾ ਭੈ ਤੋਂ ਰਹਿਤ ਮੰਤਰ ਹੈ ਨਾ,
ਉਹ ਮੈਨੂੰ ਦੇ ਦਿੱਤਾ। ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ, ਕਿ ਗੁਰੂ ਦੇ ਸ਼ਬਦ ਦਾ ਸਿਮਰਨ ਕਰਿਆ ਕਰ। ਇਹ ਮਹਾਂਪੁਰਖਾਂ ਨੇ ਉਪਦੇਸ਼ ਦਿੱਤਾ। ਫਿਰ ਕੀ ਪ੍ਰਾਪਤੀ ਹੋਈ? ਸਤਿਗੁਰੂ ਜੀ ਕਹਿੰਦੇ ਫਿਰ ਜੀਤ ਲਏ ਓਏ ਮਹਾ ਬਿਖਾਦੀ। ਉਹ ਜਿਹੜੇ ਮਹਾ ਬਿਖਾਦੀ ਬੜੇ ਸੂਰਮੇ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਫਿਰ ਸੰਤਾਂ ਦੀ ਕਿਰਪਾ ਦੇ ਨਾਲ, ਸੰਤਾਂ ਦੇ ਦਿੱਤੇ ਹੋਏ ਨਾਮ ਸ਼ਬਦ, ਜੋ ਸ਼ਬਦ ਆਪਾਂ ਜਪਦੇ ਹਾਂ, ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਮੂਲ ਮੰਤਰ ਦਾ ਪਾਠ, ਇਹ ਨਿਰਭਉ ਸ਼ਬਦ ਹੈ। ਜਦੋਂ ਇਹਨੂੰ ਜਪਿਆ, ਜਿਹੜਾ ਮੰਤਰ ਸੰਤਾਂ ਨੇ ਦਿੱਤਾ ਸੀ, ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ, ਗੁਰੂ ਦਾ ਸ਼ਬਦ ਕਮਾਇਆ, ਉਹਨੂੰ ਜਪਿਆ ਸਿਮਰਿਆ, ਫਿਰ ਜੀਤ ਲਏ ਹੋਏ ਮਹਾ ਬਿਖਾਦੀ। ਉਹ 5 ਵਿਕਾਰ ਜਿਹੜੇ ਸੀ ਮੈਨੂੰ ਖੇਦ ਰਹੇ ਸੀ, ਮੈਨੂੰ ਤੋੜ ਰਹੇ ਸੀ, ਗੁਰੂ ਦੇ ਚਰਨਾਂ ਦੇ ਨਾਲੋਂ ਉਹਨਾਂ ਨੂੰ ਮੈਂ ਜਿੱਤ ਲਿਆ, ਆਪਣੇ ਵਸ ਵਿੱਚ ਕਰ ਲਏ। ਜੀਤ ਲਏ ਓਏ ਮਹਾ ਵਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਵਾਣੀ। ਫਿਰ ਮਨ ਵਿੱਚ ਪ੍ਰਕਾਸ਼ ਹੋ ਗਿਆ। ਸੋ ਸਤਿਗੁਰੂ ਜੀ ਨੇ ਸਾਨੂੰ ਅੱਜ ਉਪਦੇਸ਼ ਇਹੋ ਹੀ ਬਖਸ਼ਿਆ ਕਿ ਸਾਡੇ ਵਿੱਚ ਸਮਰੱਥਾ ਨਹੀਂ ਅਸੀਂ ਗੁਣ ਗਾ ਸਕੀਏ, ਪਰ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਨਾ, ਜਦੋਂ ਕਿਤੇ ਔਖੇ ਰਸਤੇ ਦੇ ਉੱਤੇ ਵੀ ਤੁਰਨਾ ਹੋਵੇ, ਇਕੱਲਾ ਬੰਦਾ ਥੱਕ ਜਾਂਦਾ ਹੈ, ਜਦੋਂ ਕੁਝ ਇਕੱਠੇ ਹੋ ਕੇ ਨਾਲ ਤੁਰਨ ਵਾਲੇ ਹੋਣ, ਫਿਰ ਆਪਣੀ ਮੰਜ਼ਿਲ ਤੈਅ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇਕੱਲੇ ਇਕੱਲੇ ਜਪਦੇ ਹਾਂ, ਉਦੋਂ ਇੰਨਾ ਫਲ ਨਹੀਂ ਮਿਲਦਾ। ਜਦੋਂ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਬੈਠ ਕੇ ਗੁਰੂ ਕੀ ਗੋਦ ਵਿੱਚ ਅਸੀਂ ਜਪਦੇ ਹਾਂ, ਉਦੋਂ ਮੰਜ਼ਿਲ ਨੇੜੇ ਆ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ ਆਪਾਂ ਸਾਰੇ ਇਸੇ ਤਰ੍ਹਾਂ ਹੀ ਹਰ ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਕੇ ਸਤ ਸੰਗਤ ਕਰਕੇ ਗੁਰੂ ਦੇ ਦਰ ਤੋਂ ਇਹ ਦਾਤਾਂ ਪ੍ਰਾਪਤ ਕਰੀਏ। ਸਤਿਗੁਰੂ ਕਿਰਪਾ ਕਰਨ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ, ਉਹ ਨਿਰਭਉ ਸ਼ਬਦ ਪਾ ਦੇਣ। ਅਸੀਂ ਵੀ ਇਸ ਲੋਕ ਸੁਖੀਏ, ਸਾਡੇ ਹੋ ਜਾਣ ਲੋਕ ਸੁਖੀਏ, ਪਰਲੋਕ ਸੁਹੇਲੇ। ਆਪਸ ਵਿੱਚ ਪਿਆਰ ਅਤੇ ਇਤਫਾਕ ਦੇ ਨਾਲ ਰਹੀਏ, ਕਿਉਂਕਿ ਸਤਿਗੁਰਾਂ ਨੇ ਸਾਨੂੰ ਵਾਰ-ਵਾਰ ਇਹੋ ਹੀ ਉਪਦੇਸ਼ ਦਿੱਤਾ ਹੈ, ਏਕ ਪਿਤਾ ਏਕ ਸਕੇ ਹਮ ਬਾਰਕ। ਅਸੀਂ ਇੱਕ ਪਿਤਾ ਦੇ ਪੁੱਤਰ ਹਾਂ, ਉਹ ਪਰਮਾਤਮਾ ਸਾਡਾ ਪਿਤਾ ਹੈ, ਅਸੀਂ ਸਾਰੇ ਉਹਦੇ ਬੱਚੇ ਹਾਂ। ਸਤਿਗੁਰੂ ਜੀ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਅਸੀਂ ਜਿੰਨੇ ਗੁਰ ਭਾਈ ਹਾਂ ਸਾਰੇ ਇੱਕ ਦੂਸਰੇ ਦੇ ਨਾਲ ਮਿਲ ਕੇ ਇਹ ਕੱਢ ਦੀਏ ਮਨ ਦੇ ਵਿੱਚੋਂ, ਫਲਾਣੇ ਡੇਰੇ ਨਾਲ ਫਲਾਣੀ ਸੰਸਥਾ ਨਾਲ ਅਸੀਂ ਜੁੜਿਆ ਨਹੀਂ, ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਾਂ। ਮਹਾਂਪੁਰਖ ਸੰਤ ਬਾਬਾ ਇਕਬਾਲ ਸਿੰਘ ਜੀ ਦਾ ਇਹੀ ਉਦਮ ਹੈ ਕਿ ਸਾਰੀ ਕੌਮ ਨੂੰ ਇੱਕ ਸ਼ਬਦ ਦੇ ਨਾਲ ਜੋੜਿਆ ਜਾ ਸਕੇ। ਸ਼ਬਦ ਗੁਰੂ ਨਾਲ ਜੁੜੀਏ, ਸੇਵਾ ਤੇ ਸਿਮਰਨ ਦੇ ਨਾਲ ਜੁੜੀਏ। ਜਦੋਂ ਅਸੀਂ ਸੇਵਾ ਤੇ ਸਿਮਰਨ ਨਾਲ ਜੁੜਾਂਗੇ, ਇਹ ਦੋਨੋਂ ਹੀ ਕਰਮ ਪ੍ਰਧਾਨ ਨੇ ਪਰਮਾਤਮਾ ਦੀ ਪ੍ਰਾਪਤੀ ਦੇ ਲਈ। ਇਸ ਲਈ ਸਤਿਗੁਰਾਂ ਨੇ, ਮਹਾਂਪੁਰਖਾਂ ਨੇ ਸਾਨੂੰ ਸੇਵਾ ਤੇ ਸਿਮਰਨ ਦਾ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਉਹ ਮਹਾਂਪੁਰਖ ਸਾਨੂੰ ਦ੍ਰਿੜ ਕਰਾ ਰਹੇ ਨੇ। ਸੇਵਾ ਤੇ ਸਿਮਰਨ ਵਿੱਚ ਜੁੜੀਏ। ਸੇਵਾ ਦਾ ਜੋ ਕੁੰਭ ਚੱਲ ਰਿਹਾ ਸਾਧ ਸੰਗਤ ਜੀ, ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਈਏ। ਹੱਥੀਂ ਸੇਵਾ ਕਰਕੇ ਆਪਣੇ ਹੱਥ ਸਫਲ ਕਰੀਏ। ਬਹੁਤ ਸਾਰਾ ਧਨ ਮਾਇਆ ਭੇਟ ਕਰਕੇ ਮਾਇਆ ਵੀ ਸਫਲੀ ਕਰੀਏ। ਤਨ ਮਨ ਤੇ ਧਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿਗੁਰ ਕਿਰਪਾ ਕਰਨ। ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਹਰ ਰੋਜ਼ ਦੀ ਸੰਗਤ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਦੇ ਕਰਕੇ ਸਤਿਗੁਰੂ ਜੀ ਤੰਦਰੁਸਤੀਆਂ ਬਖਸ਼ਣ, ਤਾਂ ਕਿ ਅਸੀਂ ਹਰ ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਸਕੀਏ। ਗੱਜ ਵੱਜ ਕੇ ਫਤਿਹ ਬੁਲਾਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ।